ਤੁਸੀਂ ਬੀਜੇਪੀ ਦਾ ਸਾਫਾ ਪਾ ਚੁੱਕੇ ਹੋ, ਪਰ ਤੁਹਾਨੂੰ ਲੱਗਦਾ ਕਿ ਇਹ ਰਾਹ ਬੜੀ ਦੂਰ ਹੈਗੀ ਹੈ ਜਿਹੜੀ ਤੇ ਤੁਸੀਂ ਤੁਰ ਪਏ ਹੋ? ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਪਿਆ ਐਂਟੀ ਬੀਜੇਪੀ। ਭਾਜਪਾ 'ਚ ਇੰਨਾ ਪਸੰਦ ਕੀ ਆ ਗਿਆ ਤੁਹਾਨੂੰ 40 ਸਾਲ ਬਾਅਦ? ਇੰਨੇ ਵੱਡੇ ਵਕਵੇ ਬਾਅਦ ਧਿਰ ਬਦਲ ਲੈਣਾ ਬਹੁਤ ਵੱਡਾ ਫੈਸਲਾ ਹੁੰਦਾ। ਸੈਕੂਲਰਿਜ਼ਮ ਜਿਹੜਾ ਕਿ ਕਾਂਗਰਸ ਦਾ ਇੱਕ ਬਹੁਤ ਵੱਡੀ ਸ਼ਕਤੀ ਸੀ, ਅੱਜ ਉਹ ਸੈਕੂਲਰਿਜ਼ਮ ਖਤਮ ਹੋ ਗਈ ਹੈ, ਟੋਟਲੀ ਡਿਮੋਲਿਸ਼ਡ। ਕਾਂਗਰਸ ਪੰਜਾਬ ਦੇ ਵਿੱਚ ਕਮਿਊਨਲ ਪੋਲਿਟਿਕਸ ਕਰ ਰਹੀ ਹੈ। ਬਿਲਕੁਲ ਤੁਹਾਡੇ ਸਾਹਮਣੇ ਜਿਹੜੀ ਪਾਰਟੀ ਤੋਂ ਤੁਸੀਂ ਗਏ ਹੋ ਕਹਿੰਦੇ ਹੋ ਦੇਸ਼ ਦੇ ਵਿੱਚ ਕਮਿਊਨਲ ਪੋਲਿਟਿਕਸ ਕਰਦੀ ਹੈ। ਬਿਲਕੁਲ ਨਹੀਂ, ਬਿਲਕੁਲ ਨਹੀਂ। ਰਾਹੁਲ ਗਾਂਧੀ ਇਹ ਗੱਲ ਕਹਿੰਦੇ ਨੇ ਕਿ ਕਾਂਗਰਸ ਹੈ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੇ ਬੀਜੇਪੀ ਹੈ ਗੌਡਸੇ ਦੀ ਵਿਚਾਰਧਾਰਾ। ਫਿਰ ਤੁਸੀਂ ਜਦੋਂ ਇੱਕ ਵਿਚਾਰਧਾਰਾ ਤੋਂ ਦੂਸਰੀ ਦੇ ਵਿੱਚ ਸ਼ਿਫਟ ਹੁੰਦੇ ਹੋ ਤੇ ਫਿਰ ਰਾਣਾ ਗੁਰਮੀਤ ਸੋਢੀ ਕਿੱਥੇ ਖੜਾ ਮਹਿਸੂਸ ਕਰਦੇ ਨੇ ਖੁਦ ਨੂੰ? ਕੈਪਟਨ ਅਮਰਿੰਦਰ ਸਿੰਘ ਨੇ ਕੁਝ 30 ਲੀਡਰਾਂ ਦੀ ਇੱਕ ਸੂਚੀ ਦਿੱਤੀ ਬੀਜੇਪੀ ਨੂੰ, ਹਾਈ ਕਮਾਂਡ ਨੂੰ, ਜਿਨ੍ਹਾਂ ਦੀਆਂ ਚਰਚਾਵਾਂ ਨੇ ਕਿ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇਹ ਬਿਆਨ ਦਿੱਤਾ ਔਨ ਰਿਕਾਰਡ ਕਿ ਹਰ ਸਿਟਿੰਗ ਐਮਐਲਏ ਨੂੰ ਟਿਕਟ ਨਹੀਂ ਮਿਲੇਗੀ, ਵਿਨੇਬਿਲਿਟੀ ਦੇ ਆਧਾਰ ਤੇ ਮਿਲੇਗੀ। ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਜਿਸ ਦਿਨ ਤੇ ਤੁਸੀਂ ਬੀਜੇਪੀ 'ਚ ਸ਼ਾਮਿਲ ਹੋਏ ਕਿ ਰਾਣਾ ਗੁਰਮੀਤ ਸੋਢੀ ਦੀ ਟਿਕਟ ਇਸ ਵਾਰੀ ਕੱਟ ਦੇਣੀ ਸੀਗੀ, ਇਸ ਲਈ ਉਹਨਾਂ ਨੇ ਸਮਾਂ ਰਹਿੰਦਿਆਂ ਪਾਰਟੀ ਬਦਲੀ। ਕਿ ਰਾਣਾ ਗੁਰਮੀਤ ਸੋਢੀ ਹੁਣਾਂ ਦਾ ਜਿਹੜਾ ਮੁਆਵਜ਼ੇ ਦਾ ਕੇਸ ਚੱਲਦਾ ਸੀਗਾ 1.5 ਕਰੋੜ ਰੁਪਏ ਦਾ, ਸੁਪਰੀਮ ਕੋਰਟ 'ਚ ਕੇਸ ਹੈ, ਸ਼ਾਇਦ ਉਹ ਵੀ ਇੱਕ ਬਾਹ ਮਰੋੜ ਦਾ ਕਾਰਨ ਹੋ ਸਕਦਾ ਕਿ ਤੁਸੀਂ ਮੈਂ ਪਹਿਲਾਂ ਕਿਹਾ ਵੀ ਰਾਣਾ ਸੋਢੀ ਦੀ ਬਾਹ ਏਡੀ ਕਮਜ਼ੋਰ ਨਹੀਂ ਜਿਹੜੀ ਹਰ ਬੰਦਾ ਕੋਈ ਮਰੋੜ ਦੇਗਾ। ਇਸ ਤਰ੍ਹਾਂ ਕਿਉਂ ਆ ਕਿ ਜਦੋਂ ਇਲੈਕਸ਼ਨਸ ਨੇੜੇ ਆ ਜਾਂਦੀ ਹੈ ਬੇਅਦਬੀ ਦੀਆਂ ਘਟਨਾਵਾਂ ਤੇਜ਼ ਹੋ ਜਾਂਦੀਆਂ? ਬੰਬ ਬਲਾਸਟ ਵੀ ਹੋ ਗਿਆ 2017 ਇਲੈਕਸ਼ਨਸ ਤੋਂ ਪਹਿਲੇ ਮੌੜ ਦੇ ਵਿੱਚ ਬਲਾਸਟ ਹੋਇਆ ਸੀਗਾ, 22 ਦੇ ਵਿੱਚ ਹੁਣ ਲੁਧਿਆਣੇ ਦੇ ਵਿੱਚ ਬਲਾਸਟ ਹੋ ਗਿਆ। ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ, ਇਹਦੀ ਤਹਿ ਤੱਕ ਜਾਣ। ਬੀਜੇਪੀ ਤੁਸੀਂ ਜੁਆਇਨ ਕੀਤੀ ਕੀ ਸੋਚ ਕੇ ਕੀਤੀ? ਬੀਜੇਪੀ ਕੋ ਪੰਜਾਬ ਲਈ ਵਿਜ਼ਨ ਕੀ ਹੈ? ਤੇ ਇਸ ਵੇਲੇ ਜੇ ਵਿਜ਼ਨ ਹੈ ਤੇ ਸਿਰਫ ਬੀਜੇਪੀ ਦੇ ਕੋਲ ਹੀ ਵਿਜ਼ਨ ਹੈ, ਬਾਕੀ ਸਭ ਪਾਰਟੀਆਂ ਦੇ ਆਰ ਓਨਲੀ ਕਮਿੰਗ ਅਪ ਫॉर ਦੀ ਵੋਟ ਟੂ ਮੇਕ ਦੀ ਫਾਰਮ ਦੀ ਗਵਰਨਮੈਂਟ ਬਾਈ ਹੁੱਕ ਐਂਡ ਕਰੋਕ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਪਮਿਲ ਭਾਟੀਆ। ਤੁਰਕੀ ਦਾ ਅਖਾਣ ਹੈ ਕਿ ਵੱਡੇ ਦਰਿਆ ਆਵਾਜ਼ ਨਹੀਂ ਕਰਦੇ। ਇਹ ਖਿਆਲ ਸਿਆਸਤ ਦੇ ਵਿੱਚ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਆਮ ਤੌਰ ਤੇ ਸਾਰਥਕ ਹੁੰਦਾ ਵਿਖਾਈ ਦਿੰਦਾ, ਜਦੋਂ ਬਹੁਤ ਵੱਡੇ ਲੀਡਰ ਇੱਕ ਤੋਂ ਦੂਸਰੇ ਧੜੇ ਦੇ ਵਿੱਚ ਜਾ ਕੇ ਸ਼ਾਮਿਲ ਹੁੰਦੇ ਨੇ ਤੇ ਆਮ ਤੌਰ ਤੇ ਉਹਨਾਂ ਦੀ ਕੰਨੋ ਕੰਨ ਕਿਸੇ ਨੂੰ ਪਤਾ ਨਹੀਂ ਲੱਗਦਾ। ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਘਟੀਆਂ ਜਦੋਂ ਬਹੁਤ ਵੱਡੇ ਕਾਂਗਰਸੀ ਲੀਡਰਾਂ ਨੇ ਬੀਜੇਪੀ ਦੇ ਪਾਲੇ ਵਿੱਚ ਜਾ ਕੇ ਬੈਠ ਗਏ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਤੱਕ ਵੀ ਨਹੀਂ ਹੋਈ। ਉਦੋਂ ਹੀ ਪਤਾ ਲੱਗਾ ਜਦੋਂ ਲੀਡਰ ਸ਼ਾਮਿਲ ਹੋ ਗਏ। ਅਜੇ ਇੱਕ ਲੀਡਰ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ, ਇੰਟਰਨੈਸ਼ਨਲ ਸ਼ੂਟਰ ਨੇ, 4 ਵਾਰੀ ਦੇ ਐਮਐਲਏ ਨੇ, ਕਾਂਗਰਸ ਦੇ ਵਿੱਚ ਵੱਡੇ ਕਦਾਵਰ ਲੀਡਰ ਨੇ ਤੇ ਹੁਣ ਅਚਾਨਕ ਉਹ 2 ਦਿਨ ਪਹਿਲਾਂ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਅਸੀਂ ਗੱਲ ਕਰ ਰਹੇ ਹਾਂ ਗੁਰੂ ਹਰਸਹਾਏ ਤੋਂ, ਕਾਂਗਰਸੀ ਐਮਐਲਏ ਰਹੇ, ਹਾਲਾਂਕਿ ਐਮਐਲਏ ਅਜੇ ਵੀ ਕਾਂਗਰਸ ਦੇ ਨੇ ਪਰ ਸਾਫਾ ਬੀਜੇਪੀ ਦਾ ਪੈ ਗਿਆ, ਰਾਣਾ ਗੁਰਮੀਤ ਸਿੰਘ ਸੋਢੀ ਦੀ। ਸੋਢੀ ਸਾਹਿਬ ਸਾਡੇ ਨਾਲ ਨੇ ਸਟੂਡੀਓ ਦੇ ਵਿੱਚ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਟੀਆ ਸਾਹਿਬ। ਆਮ ਤੌਰ ਤੇ ਅਸੀਂ ਤੁਹਾਨੂੰ ਜਦੋਂ ਦੇਖਿਆ ਇੱਥੇ ਪੰਜੇ ਦੇ ਨਿਸ਼ਾਨ ਵਾਲਾ ਪਿਆ ਹੁੰਦਾ ਸੀਗਾ, ਮਫਲਰ ਅੱਜ ਕਮਲ ਦਾ ਫੁੱਲ ਲੱਗ ਗਿਆ ਦੋਨੇ ਪਾਸੇ। ਇਹ ਬਦਲਾਵ ਕਿਵੇਂ ਹੋ ਗਿਆ? ਜਿਸ ਤਰ੍ਹਾਂ ਮੈਂ ਕਿਹਾ ਕਿ ਵੱਡੇ ਦਰਿਆ ਆਵਾਜ਼ ਨਹੀਂ ਕਰਦੇ, ਆਵਾਜ਼ ਤੁਹਾਡੀ ਵੀ ਨਹੀਂ ਆਈ। ਦੇਖੋ, ਜ਼ਿੰਦਗੀ 'ਚ ਕਈ ਦਫਾ ਬਦਲਾਵ ਕੁਦਰਤਨ ਆਉਂਦੇ ਨੇ ਔਰ ਕਈ ਦਫਾ ਬਦਲਾਵ ਕੋਈ ਐਸੀ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਤਾਂ ਆਉਂਦੇ ਨੇ। ਮੇਰਾ ਖਿਆਲ ਹੈ ਜਿਹੜਾ ਬਦਲਾਵ ਆਇਆ ਹੈ ਇਹ ਕੁਦਰਤ ਨੇ ਬਦਲਾਵ ਕੀਤਾ ਹੈ, ਨਾ ਕਿ ਕਿਸੇ ਖਾਸ ਇਫਜ਼ ਕਰਕੇ ਬਦਲਾਵ ਹੋਇਆ ਹੈ ਔਰ ਨਾ ਹੀ ਕਿਸੇ ਲਾਲਚ ਕਰਕੇ ਬਦਲਾਵ ਹੋਇਆ ਹੈ। ਮੈਂ ਇਹ ਜੋ ਬਦਲਾਵ ਜੋ ਕੁਦਰਤ ਨੇ ਇਹ ਬਦਲਾਵ ਲਿਆਂਦਾ ਹੈ, ਮੇਰੀ ਸੋਚ ਇਹ ਹੈ ਕਿ ਇਹ ਬਦਲਾਵ ਪੰਜਾਬ ਦੇ ਲੋਕਾਂ ਦੇ ਬਿਹਤਰੀਨ ਔਰ ਉਹਨਾਂ ਦੀ ਬਿਹਤਰ ਆਉਣ ਵਾਲੇ ਸਮੇਂ ਵਿੱਚ ਭਵਿੱਖ ਵਾਸਤੇ ਇਹ ਬਦਲਾਵ ਲੈ ਕੇ ਮੈਂ ਇਹ ਫੈਸਲਾ ਕੀਤਾ, ਨਿਰਣੈ ਕੀਤਾ ਕਿ ਮੈਂ ਕਾਂਗਰਸ ਪਾਰਟੀ ਨੂੰ ਜਿਹਦੇ ਵਿੱਚ ਮੈਂ 40 ਸਾਲ ਰਿਹਾ, ਮੈਂ ਅਲਵਿਦਾ ਕਿਹਾ ਔਰ ਮੈਂ ਭਾਰਤੀ ਜਨਤਾ ਪਾਰਟੀ ਦਾ ਦਾਮਨ ਪਕੜਿਆ ਔਰ ਮੈਨੂੰ ਯਕੀਨ ਹੈ ਕਿ ਮੇਰਾ ਜਿਹੜਾ ਇਹ ਫੈਸਲਾ ਕੁਦਰਤ ਵੱਲੋਂ ਹੋਇਆ ਹੈ ਇਹ ਪੰਜਾਬ ਦੇ ਲੋਕਾਂ ਦੇ ਵਾਸਤੇ ਭਾਰਤੀ ਜਨਤਾ ਪਾਰਟੀ ਅੱਗੇ ਵੱਧ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਇਹ ਇੱਕ ਮੇਰਾ ਇੱਕ ਪਹਿਲਾ ਕਦਮ ਹੋਏਗਾ। ਸੋਢੀ ਸਾਹਿਬ ਤੁਸੀਂ ਬੜੇ ਹੰਢੇ ਹੋਏ ਸਿਆਸਤਦਾਨ ਹੋ, 40 ਸਾਲ ਦਾ ਤੁਹਾਡਾ ਕਰੀਅਰ ਹੈਗਾ। ਸਿਆਸਤ ਦੇ ਵਿੱਚ ਸਾਰੀਆਂ ਚੀਜ਼ਾਂ ਬਹੁਤ ਕੈਲਕੂਲੇਟਿਵ ਹੁੰਦੀਆਂ, ਤੁਸੀਂ ਸਿਆਸਤ ਨੂੰ ਇੰਨੀ ਗਹਿਰਾਈ ਨਾਲ ਸਮਝਦੇ ਹੋ। ਜਿਹੜੇ ਵੱਡੇ ਦਾਰਸ਼ਨਿਕ ਐਰਿਸਟੋਟਲ ਕਹਿੰਦੇ ਕਿ ਮੈਨ ਇਜ਼ ਪੋਲੀਟੀਕਲ ਐਨੀਮਲ ਬਾਈ ਨੇਚਰ। ਟਰੂ।
ਤੇ ਇਹ ਫਿਰ ਇਹਨੂੰ ਆਪਾਂ ਕੁਦਰਤੀ ਬਦਲਾਵ ਕਹਿ ਦਈਏ, ਇਹ ਮੈਨੂੰ ਲੱਗਦਾ ਸਹੀ ਨਹੀਂ ਹੋਏਗਾ, ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਸੰਦ ਨਹੀਂ ਆਏਗੀ। ਤੁਸੀਂ ਥੋੜਾ ਜਿਹਾ ਸਹੀ ਤਰੀਕੇ ਨਾਲ ਦੱਸੋ ਕਿ ਭਾਜਪਾ 'ਚ ਇੰਨਾ ਪਸੰਦ ਕੀ ਆ ਗਿਆ ਤੁਹਾਨੂੰ 40 ਸਾਲ ਬਾਅਦ, ਇੰਨੇ ਵੱਡੇ ਵਕਵੇ ਬਾਅਦ ਧਿਰ ਬਦਲ ਲੈਣਾ ਬਹੁਤ ਵੱਡਾ ਫੈਸਲਾ ਹੁੰਦਾ, ਕਿਉਂਕਿ ਤੁਹਾਡੇ ਪਿੱਛੇ ਲੱਖਾਂ ਲੋਕ ਤੁਹਾਡੇ ਵੋਟਰ ਖੜੇ ਹੁੰਦੇ। ਮੈਂ ਤਾਂ ਹੀ ਕਹਿ ਰਿਹਾ ਕਿ ਜੇ ਇਹ ਕਿਸੇ ਇਫਜ਼ ਦੀ ਵਜ੍ਹਾ ਕਰਕੇ ਬਦਲਾਵ ਹੁੰਦਾ ਤਾਂ ਸ਼ਾਇਦ ਇਹ ਬਦਲਾਵ ਮੈਂ ਕਈ ਸਾਲ ਪਹਿਲਾਂ ਕਰ ਲੈਂਦਾ। ਇਹ ਬਦਲਾਵ ਮੈਂ 2017 ਚ ਵੀ ਕਰ ਸਕਦਾ ਸੀਗਾ, ਜਦੋਂ ਮੈਂ ਕਾਂਗਰਸ ਪਾਰਟੀ ਦਾ ਸੀਨੀਅਰ ਲੀਡਰ ਹੋਣ ਦੇ ਨਾਤੇ ਵੀ ਮੈਨੂੰ ਕੈਬਨਿਟ ਦੇ ਵਿੱਚ ਨਹੀਂ ਸੀ ਲਿਆ ਗਿਆਗਾ। ਕੁਝ ਸਿਆਸੀ ਕੋਈ ਰੀਜ਼ਨਸ ਹੋਣਗੇ, ਕੁਝ ਹਾਈ ਕਮਾਂਡ ਦੀ ਐਸੀ ਇਨਸਟਰਕਸ਼ਨਸ ਹੋਣਗੀਆਂ ਜਾਂ ਕੈਪਟਨ ਸਾਹਿਬ ਦੀ ਕੋਈ ਮਜਬੂਰੀ ਹੋਏਗੀ, ਲੇਕਿਨ ਮੈਂ ਇਹ ਬਦਲਾਵ ਨਹੀਂ ਕੀਤਾਗਾ ਕਿਉਂਕਿ ਮੈਂ ਇਫਜ਼ ਦੇ ਵਾਸਤੇ ਕੋਈ ਖਾਸ ਚੀਜ਼ ਲੈਣ ਵਾਸਤੇ ਮੈਂ ਓਪਰਚੁਨਿਸਟ ਨਹੀਂ ਬਣਨਾ ਚਾਹੁੰਦਾ ਸੀ, ਨਾ ਹੀ ਮੈਂ ਹਾਂ। ਲੇਕਿਨ ਅੱਜ ਦਾ ਬਦਲਾਵ ਜਿਹੜਾ ਮੈਂ ਕਹਿ ਰਿਹਾ ਉਹ ਕੁਦਰਤਨ ਇਹ ਹੈ ਕਿ ਸੱਚੇ ਪਾਤਸ਼ਾਹ ਜੀ ਦਾ ਕੋਈ ਐਸਾ ਹੀ ਮੇਰੇ ਤੇ ਕੋਈ ਫੈਸਲਾ ਲੈਣ ਦਾ ਮੈਨੂੰ ਹੌਸਲਾ ਦਿੱਤਾ ਗਿਆ ਕਿ ਮੈਂ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਆਇਆ ਪੰਜਾਬ ਦੀ ਬਿਹਤਰੀਨ ਵਾਸਤੇ। ਪੰਜਾਬ ਅੱਜ ਇੱਕ ਬਹੁਤ ਹੀ ਐਸੇ ਸੰਕਟ ਚੋਂ ਗੁਜ਼ਰ ਰਿਹਾ ਹੈ। ਤੁਸੀਂ ਰੋਜ਼ ਦਿਹਾੜੇ ਪੰਜਾਬ ਦੇ ਵਿੱਚ ਅੱਜ ਪੰਜਾਬ ਦਾ ਅਮਨ ਚੈਨ ਔਰ ਜਿਹੜੀ ਆਪਸ ਭਾਈਚਾਰਾ ਹੈ ਉਹ ਖਤਰੇ 'ਚ ਹੈ। ਜਿਹੜਾ ਕਮਿਊਨਲ ਹਾਰਮਨੀ ਨੂੰ ਪੂਰਾ ਇਸ ਵੇਲੇ ਡੈਮੇਜ ਕਰਨ ਦੀ ਕੋਸ਼ਿਸ਼ ਕੁਝ ਤਾਕਤਾਂ ਕੁਝ ਲੋਕ ਕਰ ਰਹੇ ਨੇ ਔਰ ਮੌਜੂਦਾ ਸਰਕਾਰ ਦਾ ਇਹਦੇ ਵੱਲ ਕੋਈ ਤਵੱਕੋ ਨਹੀਂ ਹੈ, ਕੋਈ ਫੋਕਸ ਨਹੀਂ ਹੈ, ਕੋਈ ਉਹਨਾਂ ਦੇ ਕੋਲ ਇਸ ਚੀਜ਼ ਦਾ ਇਲਾਜ ਨਹੀਂ ਹੈ। ਸੋ ਮੈਂ ਇਹ ਮੇਰਾ ਯਕੀਨ ਹੈ, ਮੈਨੂੰ ਕੋਈ ਐਸਾ ਫੀਲਿੰਗ ਹੋ ਰਹੀ ਹੈ ਕਿ ਪੰਜਾਬ ਨੂੰ ਇੱਕ ਸਟੇਬਲ ਗਵਰਨਮੈਂਟ ਦੀ ਜ਼ਰੂਰਤ ਹੈ। ਪੰਜਾਬ ਨੂੰ ਇੱਕ ਐਸਾ ਮਾਹੌਲ ਚਾਹੀਦਾ ਹੈ ਜਿਹਦੇ ਵਿੱਚ ਪੰਜਾਬ ਦੇ ਲੋਕ ਖੁਸ਼ਹਾਲ ਹੋਣ, ਪੰਜਾਬ ਦੀ ਜਵਾਨੀ ਤੇ ਕਿਸਾਨੀ ਮਹਿਫੂਜ਼ ਰਹੇ। ਉਸ ਚੀਜ਼ ਨੂੰ ਅੱਜ ਅਸੀਂ ਦੇਖੀਏ ਤਾਂ ਮੈਂ ਸੋਚਦਾ ਕਿ ਬੀਜੇਪੀ ਸਿਰਫ ਇੱਕ ਪਾਰਟੀ ਹੈ ਜਿਹੜੀ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨੇਤਰਤਵ 'ਚ ਸਾਨੂੰ ਇੱਕ ਐਸੀ ਸਟੇਬਲ ਗਵਰਨਮੈਂਟ ਦੇ ਸਕਦੇ ਨੇ, ਇੱਕ ਐਸਾ ਅੱਛਾ ਮਾਹੌਲ ਪੈਦਾ ਕਰ ਸਕਦੇ ਨੇ ਹਰ ਵਰਗ ਵਾਸਤੇ। ਤਾਂ ਇਸ ਕਰਕੇ ਮੈਂ ਅੱਜ ਬੀਜੇਪੀ ਦੇ ਵਿੱਚ ਆਇਆ। ਦੇਖੋ, ਸਾਫ਼ ਤੌਰ ਤੇ ਮੰਨਿਆ ਇਹ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਤੁਸੀਂ ਸਭ ਤੋਂ ਕਰੀਬੀ ਲੀਡਰ, ਬਿਲਕੁਲ ਕਿਹਾ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਰਨਰ ਹੋ ਗਏ ਕਾਂਗਰਸ ਦੇ ਵਿੱਚੋਂ ਔਰ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਲੀਡਰਾਂ ਦਾ ਵੀ ਕਾਰਨਰ ਹੋਣਾ ਸੁਭਾਵਿਕ ਸੀਗਾ, ਇਸ ਲਈ ਰਾਣਾ ਗੁਰਮੀਤ ਸਿੰਘ ਸੋਢੀ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਏ। ਉਹਨਾਂ ਨੂੰ ਪਤਾ ਸੀ ਵੀ ਇੱਥੇ ਹੁਣ ਮੈਨੂੰ ਮੇਰਾ ਪੋਲੀਟੀਕਲ ਕੈਰੀਅਰ ਤੇ ਫੁੱਲ ਸਟਾਪ ਲਾ ਦੇਣਾ। ਇਹ ਗੱਲ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਦੇ ਤੇ ਜਿਹੜਾ ਬਾਕੀ ਸਾਰੇ ਕੈਬਨਿਟ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕ ਸੀ, ਉਹ ਤਾਂ ਸਾਰੇ ਹੀ ਰੱਖੇ ਨੇ। ਸੋ ਐਸੀ ਗੱਲ ਨਹੀਂ ਸੀ ਵੀ ਕੋਈ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਨਜ਼ਦੀਕ ਨੇ ਜਾਂ ਉਹਨਾਂ ਨੇ, ਹੋ ਸਕਦਾ ਉਹਨਾਂ ਦੇ ਮਾਈਂਡ 'ਚ ਫੀਲਿੰਗ ਹੋਵੇ ਇਹ ਜਿਹੜੀ ਹਾਈ ਕਮਾਂਡ ਜਾਂ ਜਿਨ੍ਹਾਂ ਨੇ ਬਦਲਾਵ ਲਿਆਂਦਾ ਹੈ। ਲੇਕਿਨ ਰੌਲਾ ਇਹ ਹੈਗਾ ਕਿ ਇਸ ਬਦਲਾਵ ਦੇ ਬਾਵਜੂਦ ਵੀ ਪੰਜਾਬ ਸਰਕਾਰ ਔਰ ਪੰਜਾਬ ਦੀ ਕਾਂਗਰਸ ਪਾਰਟੀ ਆਪਣੇ ਆਪ ਨੂੰ ਸਟੇਬਿਲਿਟੀ ਨਹੀਂ ਦੇ ਸਕੇਗੀ। ਤੁਹਾਡੇ ਸਾਹਮਣੇ ਹੀ ਹੈ, ਰੋਜ਼ ਦਿਹਾੜੇ ਇੱਕ ਨਵਾਂ ਬਖੇੜਾ ਹੁੰਦਾ ਹੈ। ਐਵਰੀ ਡੇ देयर इज अ ਨਿਊ ਡਿਸਪਿਊਟ, ਐਵਰੀ ਡੇ देयर इज अ ਹਲਚਲ ਇਨ ਦਾ ਪਾਰਟੀ। ਕਿਹਦੇ ਦਰਮਿਆਨ ਬਖੇੜਾ ਪੰਜਾਬ ਕਾਂਗਰਸ 'ਚ ਕਿਹਦੇ ਦਰਮਿਆਨ ਹੈ? ਅਮੰਗ ਦੀ ਲੀਡਰਸ। ਦੋ ਚਾਰ ਨਾਮ ਦੱਸੋ ਬਈ। ਦੋ ਚਾਰ ਚੀਫ ਮਿਨਿਸਟਰ ਨੇ, ਪੀਸੀਸੀ ਪ੍ਰੈਜ਼ੀਡੈਂਟ ਨੇ, ਹੋਰ ਲੀਡਰ ਸਾਹਿਬਾਨ ਨੇ, ਰੋਜ਼ ਹੀ ਰੌਲਾ ਪਿਆ ਹੁੰਦਾ। ਕਿਸ ਚੀਜ਼ ਦਾ ਰੌਲਾ ਹੈ ਬਈ? ਰੌਲਾ ਇਸ ਵੇਲੇ ਇਹ ਨਹੀਂ ਹੈ ਕਿ ਪੰਜਾਬ ਦਾ ਸੁਧਾਰ ਕੀਤਾ ਜਾਏ, ਰੌਲਾ ਇਸ ਵੇਲੇ ਸਕਸੈਸ਼ਨ ਦਾ ਹੈ। ਰੌਲਾ ਇਸ ਵੇਲੇ ਆਉਣ ਵਾਲੀ ਜਿਹੜੀ 2022 ਦੀ ਇਲੈਕਸ਼ਨ ਹੈ, ਕਾਂਗਰਸ ਪਾਰਟੀ ਇਹ ਸੋਚ ਰਹੀ ਹੈ ਕਿ ਜੇ ਅਸੀਂ ਗਵਰਨਮੈਂਟ ਬਣਾਉਣੇ ਆ ਤੇ ਉਹਦੇ ਵਿੱਚ ਇੱਕ ਚਿਹਰਾ ਮੁੱਖ ਮੰਤਰੀ ਦਾ ਨਹੀਂ, ਕਈ ਚਿਹਰੇ ਨੇ ਮੁੱਖ ਮੰਤਰੀ ਬਣਨ ਵਾਸਤੇ। ਸੋ ਇਹ ਚੀਜ਼ ਜਿਹੜੀ ਹੈ ਇਹ ਪਾਰਟੀ ਵਾਸਤੇ ਔਰ ਸਟੇਟ ਵਾਸਤੇ ਬਹੁਤ ਡੇਂਜਰਸ ਹੈ। ਪਰ ਸੋਢੀ ਸਾਹਿਬ, ਤਰੱਕੀ ਦੀ ਚਾਹਤ ਰੱਖਣੀ ਬੁਰੀ ਗੱਲ ਥੋੜੀ ਹੈ। ਚਾਹਤ ਰੱਖਣੀ ਇੱਕ ਹੋਰ ਗੱਲ ਹੈ, ਲੜਾਈ ਲੜਨੀ ਇੱਕ ਹੋਰ ਗੱਲ ਹੈ। ਚਾਹਤ ਤਾਂ ਕੋਈ ਵੀ ਰੱਖ ਸਕਦਾ ਹੈ। ਇਟਸ ਅ ਡੈਮੋਕ੍ਰੈਟਿਕ ਸਿਸਟਮ। ਸੰਘਰਸ਼ ਕਰਨ ਦਾ ਵੀ ਹੱਕ ਹੈ। ਸੰਘਰਸ਼ ਵੀ ਕਰੋ, ਲੇਕਿਨ ਬਰਬਾਦ ਤਾਂ ਨਾ ਕਰੋ। ਸੰਘਰਸ਼ ਔਰ ਬਰਬਾਦੀ 'ਚ ਫਰਕ ਹੈ। ਕੌਣ ਬਰਬਾਦ ਕਰ ਰਿਹਾ ਕਾਂਗਰਸ ਨੂੰ? ਸਾਡੇ ਲੀਡਰਸ। ਆਵਰ ਲੀਡਰਸ ਆਰ ਫਾਈਟਿੰਗ ਡੇ ਐਂਡ ਨਾਈਟ। ਉਹ ਕਹਿ ਰਿਹਾ ਕਿ ਮੈਂ ਮੁੱਖ ਮੰਤਰੀ ਹਾਂ। ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਮੈਂ ਤੁਹਾਨੂੰ, ਹੁਣ ਤੇ ਬੀਜੇਪੀ 'ਚ ਤਾਂ ਹੁਣ ਦੀ ਨਾਂ ਲੈ ਕੇ ਗੱਲ ਕਰ ਸਕਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣ ਲੱਗਾ ਹਾਂ। ਦੇਖੋ, ਨਾਂ ਲੈਣ ਦੀ ਇਹ ਗੱਲ ਹੈਗੀ ਹੈ ਕਿ ਮੈਂ
ਜਦੋਂ ਇੱਕ ਜਰਨਲਾਈਜੇਸ਼ਨ ਹੈ ਉਹਦੇ ਚ ਮੈਂ ਕਿਤੇ ਨਾਂ ਲਵਾਂ ਇਸ ਲਈ ਗੱਲ ਹੈ ਕਿ ਜਰਨਲਾਈਜੇਸ਼ਨ ਹੈ ਨਹੀਂ, ਵੱਡੇ ਲੀਡਰ ਦੋ ਚਾਰ ਚਿਹਰੇ ਹੋਣਗੇ ਨਾ, ਮੈਂ ਬਾਕੀ ਦੋ ਤਾਂ ਚਾਰ ਠੀਕ ਹੈ। ਚਿਹਰਿਆਂ ਦੇ ਮੈਂ ਤੁਹਾਨੂੰ ਦੱਸ ਦਿੱਤਾ ਹੈਗਾ, ਤੁਹਾਨੂੰ ਤੁਸੀਂ ਰੋਜ਼ ਉਹਨਾਂ ਨੂੰ ਇੰਟਰਵਿਊ ਕਰਦੇ ਹੋ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ ਕਿ ਹਿੰਦੁਸਤਾਨ ਦੇ ਵਿੱਚ ਅੱਜ ਸਰਕਾਰ ਭਾਰਤੀ ਜਨਤਾ ਪਾਰਟੀ ਦੀ, ਭਾਰਤੀ ਜਨਤਾ ਪਾਰਟੀ ਨੇ ਜਦੋਂ ਸਰਕਾਰ ਬਣਾਈ, ਪਲੇਟਫਾਰਮ ਭਾਰਤੀ ਜਨਤਾ ਪਾਰਟੀ ਦਾ ਸੀ। ਮੋਦੀ ਸਾਹਿਬ ਇੱਕੋ ਇੱਕ ਚਿਹਰਾ ਸੀਗਾ ਜਿਹਦੇ ਨਾਮ ਨੂੰ ਲੋਕਾਂ ਨੇ ਵੋਟ ਪਾ ਕੇ ਮੋਦੀ ਸਰਕਾਰ, ਭਾਜਪਾ ਦੀ ਸਰਕਾਰ ਬਣਾਈ। ਕਦੀ 10 ਚਿਹਰੇ ਇਕੱਠੇ ਕਰਕੇ ਵੀ ਸਰਕਾਰਾਂ ਬਣਦੀਆਂ ਨੇ। 2017 ਚ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਚਿਹਰਾ ਸੀ, ਕਾਂਗਰਸ ਪਾਰਟੀ ਚ ਸਰਕਾਰ ਬਣੀ। 2002 ਚ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਹੀ ਚਿਹਰਾ ਸੀਗਾ ਕਿ ਸਰਕਾਰ ਬਣੀ। 1992 ਦੇ ਵਿੱਚ ਇੱਕੋ ਹੀ ਚਿਹਰਾ ਸੀਗਾ ਸਰਦਾਰ ਬੇਅੰਤ ਸਿੰਘ ਜੀ ਦਾ, ਸਰਕਾਰ ਬਣਾਈ ਗਈ। ਤੁਸੀਂ ਮੈਨੂੰ ਕੋਈ ਉਹ ਪਾਰਟੀ ਦੱਸੋ ਵੀ ਜਿਹੜੇ 10 ਚਿਹਰੇ ਦਿਖਾ ਕੇ ਜਾਂ 5 ਚਿਹਰੇ ਦਿਖਾ ਕੇ ਕਿ ਹਿੰਦੂ ਇਸ ਚਿਹਰੇ ਨੂੰ ਵੋਟ ਪਾਏਗਾ, ਮੁਸਲਮਾਨ ਇਸ ਚਿਹਰੇ ਨੂੰ ਵੋਟ ਪਾਏਗਾ, ਜੱਟ ਸਿੱਖ ਇਸ ਚਿਹਰੇ ਨੂੰ ਵੋਟ ਪਾਏਗਾ, ਦਲਿਤ ਭਾਈਚਾਰਾ ਇਸ ਚਿਹਰੇ ਨੂੰ ਵੋਟ ਪਾਏਗਾ। ਇਸ ਤਰ੍ਹਾਂ ਸਰਕਾਰਾਂ ਨਹੀਂ ਬਣਦੀਆਂ। ਇਸ ਤਰ੍ਹਾਂ ਸਰਕਾਰਾਂ ਬਣਾਉਣ ਦੇ ਬਾਅਦ ਵੋਟ ਦਾ ਬਟਵਾਰਾ ਜਿਹੜਾ ਜਾਤ ਪਾਤ ਦੇ ਨਾਂ ਤੇ ਕਰਕੇ ਅਸੀਂ ਪੰਜਾਬ ਦਾ ਬੇੜਾ ਗਰਕ ਕਰਨ ਜਾ ਰਹੇ ਹਾਂ। ਸਾਨੂੰ ਇਹ ਸੋਚਣਾ ਹੋਏਗਾ ਕਿ ਅਸੀਂ ਸੈਕੂਲਰਿਜ਼ਮ, ਜਿਹੜਾ ਕਿ ਕਾਂਗਰਸ ਦਾ ਇੱਕ ਬਹੁਤ ਵੱਡੀ ਸ਼ਕਤੀ ਸੀਗੀ, ਅੱਜ ਉਹ ਸੈਕੂਲਰਿਜ਼ਮ ਖਤਮ ਹੋ ਗਈ ਹੈ, ਤਹਿਸ ਨਹਿਸ ਹੋ ਗਿਆ, ਟੋਟਲੀ ਡਿਮੋਲਿਸ਼ਡ। ਸੋ ਇਸ ਕਰਕੇ ਤੁਹਾਨੂੰ ਲੱਗਦਾ ਕਿ ਕਾਂਗਰਸ ਹੁਣ ਪੰਜਾਬ ਦੇ ਵਿੱਚ ਕਮਿਊਨਲ ਪੋਲਿਟਿਕਸ ਕਰ ਰਹੀ ਹੈ? ਬਿਲਕੁਲ ਤੁਹਾਡੇ ਸਾਹਮਣੇ ਯੂ ਸੀ। ਇਹਦੀ ਰਣਨੀਤੀ ਕੌਣ ਬਣਾ ਰਿਹਾ? ਰਾਹੁਲ ਗਾਂਧੀ ਬਣਾ ਰਹੇ? ਰਣਨੀਤੀ ਦੇਖੋ, ਰਾਹੁਲ ਗਾਂਧੀ ਜੀ ਵੀ ਪਾਰਟ ਆਫ ਦੈਟ, ਕਿਉਂਕਿ ਜਦ ਉਹਨਾਂ ਦੇ ਨੇਤਰਤਵ ਚ ਇਹ ਚੀਜ਼ਾਂ ਹੋ ਰਹੀਆਂ ਨੇ, ਜਾਂ ਤਾਂ ਉਹ ਰੋਕਣ। ਲੇਕਿਨ ਜੇ ਤੁਸੀਂ ਰੋਜ਼ ਦਿਹਾੜੇ ਇੱਕ ਚਿਹਰਾ ਇਹ ਦੱਸੋਗੇ ਕਿ ਇਹ ਚਿਹਰਾ ਇਸ ਕਰਕੇ ਅਸੀਂ ਲਿਆ ਰਹੇ ਹਾਂ ਕਿ ਇਹ ਇਸ ਕਮਿਊਨਿਟੀ ਦੀ ਵੋਟ ਜਿਹੜੀ ਹੈ ਉਹ ਲੈ ਕੇ ਆਏਗਾ, ਦਿਸ ਇਜ਼ ਨਾਟ ਡਨ। ਪਰ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਕਾਂਗਰਸ ਕਮਿਊਨਲ ਪੋਲਿਟਿਕਸ ਕਰ ਰਹੀ ਹੈ, ਜਿਹੜੀ ਪਾਰਟੀ ਤੋਂ ਤੁਸੀਂ ਗਏ ਉਹ ਕਹਿੰਦੇ ਹੋ ਦੇਸ਼ ਦੇ ਵਿੱਚ ਕਮਿਊਨਲ ਪੋਲਿਟਿਕਸ ਕਰਦੀ ਹੈ। ਬਿਲਕੁਲ ਨਹੀਂ, ਬਿਲਕੁਲ ਨਹੀਂ। ਦੇਖੋ, ਜੇ ਕਮਿਊਨਲ ਗੱਲ ਹੁੰਦੀ, ਪ੍ਰਧਾਨ ਮੰਤਰੀ ਸਾਡੇ ਕਿਸਾਨ ਭਰਾਵਾਂ ਨੇ ਪ੍ਰੋਟੈਸਟ ਕੀਤੇ, ਬਿਲਕੁਲ ਸਹੀ ਪ੍ਰੋਟੈਸਟ ਸੀਗੇ, ਕਿਸਾਨਾਂ ਦੇ ਹੱਕ 'ਚ ਉਹ ਬਿੱਲ ਨਹੀਂ ਸੀਗੇ। ਉਹ ਬਿੱਲ ਜੇ ਪਾਸ ਹੋ ਜਾਂਦੇ ਜਾਂ ਉਹ ਰਿਪੀਲ ਨਾ ਹੁੰਦੇ ਤਾਂ ਕਿਸਾਨ ਭਰਾਵਾਂ ਨੂੰ, ਸਾਡੇ ਪੰਜਾਬ ਨੂੰ ਖਾਸ ਤੌਰ ਤੇ, ਮੈਂ ਵੀ ਕਿਸਾਨ ਹਾਂ, ਸਾਨੂੰ ਬਹੁਤ ਵੱਡਾ ਨੁਕਸਾਨ ਹੋਣ ਜਾਣਾ ਸੀ। ਉਹਨਾਂ ਨੇ ਉਹ ਬਿੱਲ ਵਾਪਸ ਲਏ। ਹੋ ਸਕਦਾ ਹੈ ਕਿ ਪੰਜਾਬੀ 'ਚ ਕਹਾਵਤ ਹੈ, ਦੇਰ ਆਏ ਦਰੁਸਤ ਆਏ, ਕਿ ਇਹ ਜਿਹੜੀ ਉਹਨਾਂ ਨੂੰ ਕਨਵਿੰਸ ਹੋਇਆ ਜਾਂ ਉਹਨਾਂ ਨੇ ਆਪਣੇ ਐਕਸਪਰਟਸ ਦੇ ਨਾਲ ਗੱਲ ਕੀਤੀ ਕਿ ਇਹ ਜਿਹੜੇ ਬਿੱਲ ਨੇ ਇਹ ਕਿਸਾਨੀ ਵਾਸਤੇ ਠੀਕ ਨਹੀਂ ਹੈ, ਫਾਰਮਰਸ ਵਾਸਤੇ ਠੀਕ ਨਹੀਂ ਹੈ। ਉਹਨਾਂ ਨੇ ਬਿੱਲ ਰਿਪੀਲ ਕਰਕੇ ਨਾਲ ਦੀ ਨਾਲ ਤੁਸੀਂ ਇਹ ਦੇਖੋ ਕਿ ਉਹਨਾਂ ਦਾ ਬੜਾਪਨ ਕਹਿ ਲਓ ਜਾਂ ਉਹਨਾਂ ਦਾ ਇੱਕ ਲੋਕਾਂ ਦੇ ਵਾਸਤੇ ਇੱਕ ਇਨਸਾਨੀਅਤ ਦੀ ਗੱਲ ਕਰ ਲਓ ਕਿ ਪ੍ਰਧਾਨ ਮੰਤਰੀ ਨੇ ਸਿਰਫ ਬਿੱਲ ਰਿਪੀਲ ਨਹੀਂ ਕੀਤੇ ਗਏ, ਉਹਨਾਂ ਨੇ ਮਾਫੀ ਵੀ ਮੰਗੀ ਹੈ, ਔਰ ਮਾਫੀ ਵੀ ਗੁਰਪੁਰਬ ਵਾਲੇ ਦਿਨ ਸ਼ਰਧਾ ਦੇ ਨਾਲ ਮੰਨੀ। ਕਿਸੇ ਨੇ ਉਹਨਾਂ ਨੂੰ ਮਜਬੂਰ ਨਹੀਂ ਕੀਤਾ, ਕਿਸੇ ਪਾਰਟੀ ਨੇ ਜਾਂ ਕਿਸੇ ਯੂਨੀਅਨ ਨੇ ਇਹ ਨਹੀਂ ਸੀ ਕਿਹਾਗਾ ਵੀ ਪ੍ਰਧਾਨ ਮੰਤਰੀ ਜੀ ਮਾਫੀ ਮੰਗਣ। ਉਹਨਾਂ ਨੇ ਤਾਂ ਇਹ ਗੱਲ ਕਹੀ ਸੀ ਵੀ ਬਿੱਲ ਵਾਪਸ ਲੈ ਲਓ, ਲੇਕਿਨ ਉਹਨਾਂ ਨੇ ਇਸ ਚੀਜ਼ ਦੀ ਮਾਫੀ ਵੀ ਮੰਗੀ ਹੈ। ਇਹਦਾ ਮਤਲਬ ਕਿ ਉਸ ਇਨਸਾਨ ਦੇ ਅੰਦਰ ਕੋਈ ਐਸੀ ਜਾਤ ਪਾਤ ਦੀ ਗੱਲ ਨਹੀਂ ਹੈ। ਉਹਨੇ ਇਹ ਮਾਫੀ ਤਾਂ ਮੰਗੀ ਹੈ ਕਿ he feels that everybody has the right to protest and everybody is respected in ਤੁਹਾਨੂੰ the eyes ਲੱਗਦਾ of ਕਿ the ਪ੍ਰਧਾਨ BJP? ਮੰਤਰੀ ਨੇ ਮਾਫੀ ਮੰਗਣ 'ਚ ਦੇਰ ਲਾਤੀ? 700 ਕਿਸਾਨ ਮਰ ਗਏ, ਇਹ ਮਾਫੀ ਪਹਿਲੇ ਵੀ ਮੰਗੀ ਜਾ ਸਕਦੀ ਸੀ। ਦੂਸਰੀ ਗੱਲ ਇਹਦੇ ਨਾਲ ਇਹ ਹੈ ਕਿ ਕਿਸਾਨ ਕਹਿੰਦੇ ਕਿ ਕੌਮਾਂਤਰੀ ਪੱਧਰ ਤੇ ਇੰਨਾ ਪ੍ਰੋਟੈਸਟ ਹੋਇਆ ਪ੍ਰਧਾਨ ਮੰਤਰੀ ਦੇ ਖਿਲਾਫ, ਅਮਰੀਕਾ ਜਾਂਦੇ ਨੇ ਤੇ ਉੱਥੇ ਜਗ੍ਹਾ ਜਗ੍ਹਾ ਧਰਨੇ ਲੱਗ ਜਾਂਦੇ, UNO ਦੇ ਵਿੱਚ ਨੋਟ ਪੜਿਆ ਜਾਂਦਾ ਪ੍ਰਧਾਨ ਮੰਤਰੀ ਦੇ ਇਸ ਡਿਸੀਜਨ ਦੇ ਅਗੇਂਸਟ, ਉਹਦਾ ਪ੍ਰੈਸ਼ਰ ਇੰਟਰਨੈਸ਼ਨਲੀ ਇੰਨਾ ਬਣ ਗਿਆ ਕਿ ਮਾਫੀ ਮੰਗਣੀ ਪਈ। ਨਹੀਂ, ਦੇਖੋ, ਮਾਫੀ ਵਾਸਤੇ ਕਿਸੇ ਨੇ ਕੰਪੈਲ ਨਹੀਂ ਕੀਤਾ। ਮਾਫੀ ਉਹਨਾਂ ਨੇ ਬਿੱਲ ਵੀ ਵਾਪਸ ਲੈਣੇ ਪਏ, ਕਾਨੂੰਨ ਵਾਪਸ ਲਏ, ਲੇਕਿਨ ਮਾਫੀ ਉਹਨਾਂ ਨੇ ਆਪਣੇ ਦਿਲੋਂ, ਆਪਣੀ ਸ਼ਰਧਾ ਦੇ ਨਾਲ, ਆਪਣੇ ਮਨ 'ਚ ਇਹ ਫੀਲ ਕਰਕੇ ਵੀ ਉਹਨਾਂ ਕੋਲੋਂ ਗਲਤੀ ਹੋਈ ਹੈ। ਮਾਫੀ ਇਨਸਾਨ ਉਹ ਮੰਗਦਾ ਹੈ ਜਦੋਂ ਉਹ ਇਹ ਮਹਿਸੂਸ ਕਰੇ ਵਿਦਨ ਹਿਸ ਕੌਨਸ਼ੀਅਸ ਕਿ ਇਹ ਕੰਮ ਗਲਤ ਹੋ ਗਿਆ। ਜਦੋਂ ਉਹਨਾਂ ਨੇ ਮਹਿਸੂਸ ਕੀਤਾ ਤਾਂ ਉਹਨਾਂ ਨੇ ਮਾਫੀ ਮੰਗੀ। ਸੋ ਮਾਫੀ ਵਾਸਤੇ ਕੋਈ ਉਹਨਾਂ ਨੂੰ ਮਜਬੂਰੀ ਨਹੀਂ ਕੀਤੀ ਗਈ ਸੀ ਵੀ ਤੁਸੀਂ ਨਾਲ ਮਾਫੀ ਵੀ ਮੰਗਣੀ ਪਏਗੀ। देयर वाज नो ਫੋਰਸ। ਮਾਫੀ ਜਿਹੜੀ ਹੈ ਉਹਨਾਂ ਦੀ ਦਿਲ ਦੀ ਆਵਾਜ਼ ਸੀ ਕਿ ਮੇਰੇ ਕੋਲੋਂ ਇਹ ਪੰਜਾਬ ਦੇ ਵਿੱਚ ਇਹ ਗਲਤ ਹੋ ਗਿਆ ਐਂਡ ਆਈ ਮਸਟ ਅਪੋਲੋਜਾਈਜ਼ ਐਂਡ ਹੀ ਅਪੋਲੋਜਾਈਜ਼ਡ। ਸੋਢੀ ਸਾਹਿਬ, ਰਾਜਨੀਤੀ ਦੇ ਵਿੱਚ ਵਿਚਾਰਧਾਰਾ ਵੱਡੀ ਹੁੰਦੀ ਕਿ ਪਾਰਟੀ ਵੱਡੀ ਹੁੰਦੀ? ਦੇਖੋ,
ਇਹ ਵਿਚਾਰਧਾਰਾ ਦੇ ਨਾਲ ਹੀ ਪਾਰਟੀ ਜਿਹੜੀ ਹੈ ਉਹ ਅੱਗੇ ਚੱਲਦੀ ਹੈ। ਜਦੋਂ ਤੁਸੀਂ ਆਪਣੀ ਵਿਚਾਰਧਾਰਾ ਨੂੰ ਡਿਸਟਰੋਏ ਕਰਨ ਲੱਗ ਜਾਓਗੇ, ਪਾਰਟੀ ਆਪਣੇ ਆਪ ਡਿਸਟਰੋਏ ਹੋ ਜਾਏਗੀ। ਜੇ ਤੁਹਾਡੀ ਵਿਚਾਰਧਾਰਾ ਜਿਹੜੀ ਹੈ ਲੋਕਪ੍ਰਿਯ ਹੈ, ਲੋਕਾਂ ਦੇ ਹਿੱਤ 'ਚ ਹੈ, ਮੁਲਕ ਦੇ ਹਿੱਤ 'ਚ ਹੈ ਜਾਂ ਸੂਬੇ ਦੇ ਹਿੱਤ 'ਚ ਹੈ, ਤੇ ਪਾਰਟੀ ਵੀ ਫਲਰਿਸ਼ ਕਰੇਗੀ ਔਰ ਤੁਹਾਡੇ ਵਿਚਾਰਾਂ ਦੀ ਲੋਕ ਕਦਰ ਵੀ ਕਰਨਗੇ। ਰਾਹੁਲ ਗਾਂਧੀ ਦੇਸ਼ ਭਰ ਦੇ ਵਿੱਚ ਕਾਂਗਰਸ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੋਜੈਕਟ ਕਰ ਰਿਹਾ ਔਰ ਕਾਂਗਰਸ ਉਸ ਆਈਡੀਓਲੋਜੀ ਤੇ ਚੱਲਦੀ ਹੈ। ਕਿਹਾ ਜਾ ਰਿਹਾ, ਮਤਲਬ ਆਮ ਤੌਰ ਤੇ ਇਹ ਮੰਨਿਆ ਜਾਂਦਾ ਕਿ ਰਾਹੁਲ ਗਾਂਧੀ ਇਹ ਗੱਲ ਕਹਿੰਦੇ ਨੇ ਕਿ ਕਾਂਗਰਸ ਹੈ ਮਹਾਤਮਾ ਗਾਂਧੀ ਦੀ ਵਿਚਾਰਧਾਰਾ ਤੇ ਬੀਜੇਪੀ ਹੈ ਗੌਡਸੇ ਦੀ ਵਿਚਾਰਧਾਰਾ। ਫਿਰ ਤੁਸੀਂ ਜਦੋਂ ਇੱਕ ਵਿਚਾਰਧਾਰਾ ਤੋਂ ਦੂਸਰੀ ਦੇ ਵਿੱਚ ਸ਼ਿਫਟ ਹੁੰਦੇ ਹੋ ਤੇ ਫਿਰ ਰਾਣਾ ਗੁਰਮੀਤ ਸੋਢੀ ਕਿੱਥੇ ਖੜਾ ਮਹਿਸੂਸ ਕਰਦੇ ਨੇ ਖੁਦ ਨੂੰ? ਬਿਲਕੁਲ, ਦੇਖੋ देयर इज नथिंग, आई डोंट वांट टू वो गड़े मुर्दे नहीं मैं उखाड़ना चाहतागा। गांधी जी का ये नेशन है, गांधी जी ने बहुत सैक्रिफाइस की है। बिकॉज ऑफ गांधी जी टुडे वी आर सिटिंग इन इंडिपेंडेंट इंडिया, इन ए डेमोक्रेटिक इंडिया। और बीजेपी सरकार, बीजेपी पार्टी भी गांधी जी की उन्नी कदर करते हैं, उस तो ज़्यादा ही कदर करते हैं जो बाकी दियां पार्टियां करदियां ने। सो इस करके इनू मैं डिवाइड या मैं ਇਹਦੇ ਤੇ कोई डिफरेंस ऑफ ओपीनियन नहीं कर सकता गा। गांधी जी was called the father of the nation. He will remain the father of the nation because he played the major role in bringing and throwing the Britishers out of India. ਪੰਜਾਬ ਤੇ ਹੁੰਨੇ ਸੀ ਵਾਪਸ। ਇਹ ਗੱਲ ਕਹੀ ਗਈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ 30 ਲੀਡਰਾਂ ਦੀ ਇੱਕ ਸੂਚੀ ਦਿੱਤੀ ਬੀਜੇਪੀ ਨੂੰ, ਹਾਈ ਕਮਾਂਡ ਨੂੰ, ਜਿਨ੍ਹਾਂ ਦੀਆਂ ਚਰਚਾਵਾਂ ਨੇ ਕਿ ਉਹ ਵੀ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਹੁਣ ਸ਼ਾਮਲ ਹੋਣ ਨੂੰ ਇਹ ਲੈ ਕੇ ਮੰਨਿਆ ਜਾ ਰਿਹਾ ਵੀ ਕੁਝ ਤੇ ਆਪਣੇ ਪਿਆਰ ਨਾਲ ਆ ਜਾਣਗੇ, ਕੁਝ ਨੂੰ ਸ਼ਾਇਦ ਬੀਜੇਪੀ ਉਹਨਾਂ ਦੀ ਬਾਂਹ ਮਰੋੜ ਕੇ ਲੈ ਜਾਵੇ। ਰਾਣਾ ਗੁਰਮੀਤ ਸੋਢੀ ਥੋੜਾ ਇਮਾਨਦਾਰੀ ਨਾਲ ਦੱਸਣ, ਇਹ ਮਰਜ਼ੀ ਨਾਲ ਗਏ ਆ, ਬਾਂਹ ਮਰੋੜ ਕੇ ਗਏ ਆ, ਜਾਂ ਕੈਪਟਨ ਅਮਰਿੰਦਰ ਸਿੰਘ ਦੇ ਪਿਆਰ 'ਚ ਗਏ ਆ ਬੀਜੇਪੀ 'ਚ? देखो, मैं पहला कहा कि मेरा कॉन्शियस डिसीजन सीगा। मैं किसी के दबाव थले नहीं, ना ही मेरी इस गल ते किसी नाल चर्चा हुई है। इट वाज माई पर्सनल कॉन्शियस डिसीजन टू गो एंड ज्वाइन द बीजेपी पार्टी, क्योंकि मैं ये महसूस किया कि मैं जो मेरा बाकी दा लाइफ दा जो जिन्ने भी दिन है ने, मैं बीजेपी च रह के पंजाब दे लोगों दी, पंजाब वास्ते, पंजाब दी जवानी ते किसानी वास्ते मैं जो काम कर सकदा वो दैट इज दी ओनली प्लेटफॉर्म आई फाउंड बेटर फॉर मी एंड आई चेंज माई पार्टी फ्रॉम कांग्रेस टू बीजेपी। पंजाब दे विच एक नैरेटिव बन गया कि बीजेपी ਦਾ ਇੱਕ ਸ਼ਹਿਰੀ ਆਧਾਰ ਸੀਗਾ, ਪਿੰਡਾਂ ਦੇ ਵਿੱਚ ਪਹਿਲੇ ਆਧਾਰ ਨਹੀਂ ਸੀ। ਹੁਣ ਖੇਤੀ ਬਿੱਲਾਂ ਦੇ ਕਰਕੇ, ਖੇਤੀ ਕਾਨੂੰਨਾਂ ਦੇ ਕਰਕੇ ਇਹ ਆਮ ਤੌਰ ਤੇ ਹੁਣ ਇੱਕ ਕਾਮਨ ਰਾਏ ਬਣ ਗਈ ਕਿ ਬੀਜੇਪੀ ਨੂੰ ਲੈ ਕੇ ਇੱਕ ਹੇਟਰੇਟ ਪੈਦਾ ਹੋਇਆ ਪੰਜਾਬ ਦੇ ਲੋਕਾਂ ਦੇ ਵਿੱਚ, ਖਾਸ ਤੌਰ ਤੇ ਸਿੱਖ ਵਰਗ ਦੇ ਵਿੱਚ। ਇੱਕ ਕਾਰਨ ਸੀਗਾ ਕਿ ਸਿੱਖ ਲੀਡਰ ਬੀਜੇਪੀ ਦੇ ਨਾਲ ਜੁੜਨਾ ਨਹੀਂ ਚਾਹੁੰਦੇ ਸੀ। ਹੁਣ ਬੀਜੇਪੀ ਦਾ ਤੁਸੀਂ ਭਵਿੱਖ ਪੰਜਾਬ ਦੇ ਵਿੱਚ ਜਦੋਂ ਐਨਾਲਿਸਿਸ ਕਰਦੇ ਹੋ ਤੇ ਕੀ ਦੇਖਦੇ ਹੋ? ਹਾਲਾਂਕਿ ਤੁਸੀਂ ਬੀਜੇਪੀ ਦਾ ਸਾਫਾ ਪਾ ਚੁੱਕੇ ਹੋ, ਪਰ ਤੁਹਾਨੂੰ ਲੱਗਦਾ ਕਿ ਇਹ ਰਾਹ ਬੜੀ ਦੂਰ ਹੈਗੀ ਹੈ ਜਿਹੜੇ 'ਚ ਤੁਸੀਂ ਤੁਰ ਪਏ ਹੋ? ਪੰਜਾਬ ਦੇ ਵਿੱਚ ਇੱਕ ਮਾਹੌਲ ਬਣਿਆ ਪਿਆ ਐਂਟੀ ਬੀਜੇਪੀ। देखो, कोई एंटी बीजेपी कोई ऐसा माहौल नहीं है। मंजिल सामने है, हमने उस मंजिल तक पहुंचना है। और मंजिल जहां वो डेस्टिनेशन है, उथे पंजाब दी खुशहाली है। उस खुशहाली दी डेस्टिनेशन ते पहुंचण वास्ते बीजेपी कैन प्ले ए बिग रोल एंड दैट इज गोइंग टू हैपन इन 2022 इलेक्शन। मेरा ऐसा यकीन है, क्योंकि इस वेले जे असीं आम आदमी पार्टी की गल करिए, बहुत वड्डे लिफाफे ने, बहुत वड्डियां अनाउंसमेंट्स ने। यू टेल मी कि कैन दे डू एनीथिंग फॉर दी पंजाब? कित्थों करनगे, कैसे करेंगे? अज लोगों जागरूकता बहुत है। अज ये कहना कि मैं पंजाब दे उत्ते सोने दी झौल फेर देंगा, तुसीं ये गल दसो, नाल रस्ता भी दसना पएगा भी किस तरह करोगे, हाउ विल यू डू इट। ये आम आदमी पार्टी की गल है। फिर तुसी अकाली दल की गल कर लो। अकाली दल वाज 10 साल उन्होंने शासन चलाया, सरकार चलाई। 10 साल च साडे कोई मसले पंजाब दे नहीं हल हो सके। 10 साल च पंजाब की इकोनॉमी होर थले हुई, पंजाब ते कर्जा होर चढ़िया। वो लोगों ने ऑलरेडी अकाली दल का शासन काल देख चुके हैं। फिर तुसी कांग्रेस की गल कर लो। कांग्रेस आप ही कह रही है, कांग्रेस के मौजूदा लीडर जो इस वेले सरकार चला रहे हैं, वो कह रहे हैं भी असी लोगों नाल वायदे कीते नहीं पूरे कीते गए।
ਪਰ ਉਹ ਤੇ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਪੂਰੇ ਕੀਤੇ ਬਈ ਵਾਅਦੇ। ਕਾਂਗਰਸ ਪਾਰਟੀ ਦੀ ਗੱਲ ਹੈ। ਹੂ ਵਾਸ ਕੈਪਟਨ ਅਮਰਿੰਦਰ ਸਿੰਘ? ਕੈਪਟਨ ਅਮਰਿੰਦਰ ਸਿੰਘ ਵਾਸ ਕਾਂਗਰਸ ਚੀਫ ਮਿਨਿਸਟਰ। ਔਰ ਇਹ ਜਿਹੜੇ ਬੰਦੇ ਕਹਿ ਰਹੇ ਨੇ ਦੇ ਆਰ ਆਲ ਵਰ ਪਾਰਟ ਆਫ ਦੈਟ ਹਿਸ ਕੈਬਨਿਟ, ਨਾਟ ਇੱਕ ਦਿਨ ਨਹੀਂ, ਸਾਲਾਂ ਬੱਧੀ। ਜੇ ਉਦੋਂ ਇਹਨਾਂ ਨੇ, ਜੇ ਅੱਜ ਹੁਣ ਕਹਿ ਰਹੇ ਨੇ ਵੀ ਅਸੀਂ ਉਹਨਾਂ ਨੂੰ ਪੂਰੇ ਕਰਾਂਗੇ, ਇਹਦਾ ਕੀ ਸਾਡੇ ਕੋਲ ਅਸ਼ੋਰੈਂਸ ਹੈ ਕਿ ਜੋ ਅੱਜ ਕਹਿ ਰਹੇ ਨੇ ਉਹ ਅੱਗੇ ਅਸੀਂ ਪੂਰੇ ਕਰਾਂਗੇ? ਲੇਕਿਨ ਬੀਜੇਪੀ ਨੇ ਜੋ ਕੀਤਾ ਹੈ, ਪੰਜਾਬੀ ਚ ਕਹਿੰਦੇ ਤਲੀ ਤੇ ਸਰੋਂ ਜਮਾਈਏ, ਉਹਨਾਂ ਨੇ ਜੇ ਕਾਨੂੰਨ ਵਾਪਸ ਲਏ ਨੇ ਤੇ ਕਾਨੂੰਨ ਇਮੀਡੀਏਟਲੀ ਵਾਪਸ ਲਏ ਨੇ, ਵਾਅਦੇ ਨਹੀਂ ਕੀਤੇ ਗਏ। ਦੇ ਡਿਡ ਇਟ, ਇੰਪਲੀਮੈਂਟਡ ਇਟ ਇਮੀਡੀਏਟਲੀ। ਜਿਹੜਾ ਫਰਸਟ ਸੈਸ਼ਨ ਸੀਗਾ, ਵਿੰਟਰ ਸੈਸ਼ਨ ਖਤਮ ਹੋਇਆ, ਪਹਿਲੇ ਦਿਨ ਉਸ ਸੈਸ਼ਨ ਚ ਕੈਬਨਿਟ ਮੀਟਿੰਗ ਚ ਉਹ ਵਿਡਰਾਅ ਕਰਕੇ ਉਹ ਪਾਰਲੀਮੈਂਟ ਚ ਜਾ ਕੇ ਉਹ ਕੈਂਸਲ ਕੀਤੇ ਗਏ। ਇਸੇ ਤਰ੍ਹਾਂ ਹੀ ਮੇਰਾ ਯਕੀਨ ਹੈ ਕਿ ਅੱਜ ਸਾਡੇ ਪ੍ਰਧਾਨ ਮੰਤਰੀ ਜੀ, ਜੋ ਹਿੰਦੁਸਤਾਨ ਦੀ ਬਾਗਡੋਰ ਉਹਨਾਂ ਦੇ ਹੱਥ 'ਚ, ਬੜੇ ਏਬਲ ਪੋਲੀਟੀਕਲ ਉਹਨਾਂ ਦੇ ਤਜਰਬੇ ਨੇ, ਉਹਨਾਂ ਦੇ ਨਾਲ ਹੋਮ ਮਿਨਿਸਟਰ ਸਾਹਿਬ ਨੇ, ਬਾਕੀ ਦੀ ਉਹਨਾਂ ਦੀ ਜਿਹੜਾ ਕੋਰ ਗਰੁੱਪ ਹੈ ਜਾਂ ਕੈਬਨਿਟ ਹੈ, ਉਹ ਸਾਰੇ ਬੜੇ ਸੁਚੱਜੇ ਔਰ ਬੜੇ ਅੱਛੇ ਢੰਗ ਦੇ ਨਾਲ ਇਹ ਚੀਜ਼ ਸੋਚ ਵਿਚਾਰ ਰਹੇ ਨੇ ਵੀ ਪੰਜਾਬ ਨੂੰ ਖੁਸ਼ਹਾਲ ਕਿਸ ਤਰ੍ਹਾਂ ਰੱਖਣਾ ਹੈ, ਪੰਜਾਬ ਦੇ ਵਿੱਚ ਅਮਨ ਚੈਨ ਸ਼ਾਂਤੀ ਕਿਸ ਤਰ੍ਹਾਂ ਮੇਨਟੇਨ ਕਰਨੀ ਹੈ, ਪੰਜਾਬ ਨੂੰ ਜਾਤ ਪਾਤ ਦੇ ਵਿੱਚ ਨਾ ਵੰਡਿਆ ਜਾਏ। ਇਹ ਸਾਰੀਆਂ ਚੀਜ਼ਾਂ ਬੀਜੇਪੀ ਦੇ ਏਜੰਡੇ ਤੇ ਨੇ। ਸੋ ਇਸ ਕਰਕੇ ਅੱਜ ਸਿਰਫ ਬੀਜੇਪੀ ਇੱਕ ਪਾਰਟੀ ਹੈ ਜਿਹੜੀ ਲੋਕਾਂ ਦੇ ਵਿੱਚ ਇਹ ਵਿਸ਼ਵਾਸ ਪੈਦਾ ਕਰ ਸਕਦੀ ਹੈ, ਔਰ ਐਸਾ ਵਿਸ਼ਵਾਸ ਡੇ ਬਾਈ ਡੇ ਪੈਦਾ ਹੋ ਰਿਹਾ ਹੈ। ਰਾਣਾ ਸਾਹਿਬ, ਇੱਕ ਚਰਚਾ ਹੋਰ ਚੱਲ ਰਹੀ ਹੈ। ਹਾਂਜੀ, ਨਵਜੋਤ ਸਿੰਘ ਸਿੱਧੂ ਹੁਣਾਂ ਨੇ ਇਹ ਬਿਆਨ ਦਿੱਤਾ ਔਨ ਰਿਕਾਰਡ ਕਿ ਹਰ ਸਿਟਿੰਗ ਐਮਐਲਏ ਨੂੰ ਟਿਕਟ ਨਹੀਂ ਮਿਲੇਗੀ, ਵਿਨੇਬਿਲਿਟੀ ਦੇ ਆਧਾਰ ਤੇ ਮਿਲੇਗੀ। ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਜਿਸ ਦਿਨ ਦੇ ਤੁਸੀਂ ਬੀਜੇਪੀ 'ਚ ਸ਼ਾਮਿਲ ਹੋਏ ਕਿ ਰਾਣਾ ਗੁਰਮੀਤ ਸੋਢੀ ਦੀ ਟਿਕਟ ਇਸ ਵਾਰੀ ਕੱਟ ਦੇਣੀ ਸੀਗੀ, ਇਸ ਲਈ ਉਹਨਾਂ ਨੇ ਸਮਾਂ ਰਹਿੰਦਿਆਂ ਪਾਰਟੀ ਬਦਲੀ। ਮੈਨੂੰ ਇਹ ਦੱਸਣ ਨਾ, ਮੇਰੀ ਤਾਂ ਕੱਟ ਦੇਣੀ ਸੀ। ਮੈਨੂੰ ਤਾਂ ਉਹ ਇਲੈਕਸ਼ਨ ਕਮੇਟੀ ਦਾ ਮੈਂਬਰ ਬਣਾ ਰਹੇ ਨੇ, ਬਣਾ ਦਿੱਤਾ, ਤੇ ਮੈਨੂੰ ਜੇ ਇਲੈਕਸ਼ਨ ਕਮੇਟੀ ਦਾ ਮੈਂਬਰ ਬਣਾ ਦਿੱਤਾ ਤੇ ਮੇਰੀ ਟਿਕਟ ਕੱਟ ਕੇ ਦੇਣੀ ਕਿਹਨੂੰ? ਇਹ ਕੋਈ ਬੰਦੇ ਦਾ ਨਾਮ ਵੀ ਤਾਂ ਦੱਸ ਦੇਣ। ਇਹ ਤਾਂ ਕੈਂਡੀਡੇਟ ਲੱਭਦੇ ਫਿਰਦੇ ਨੇ ਉੱਥੇ। ਇਹ ਤਾਂ ਗੱਲਾਂ ਪੋਲੀਟੀਕਲ ਗੱਲਾਂ ਨੇ। ਸੋ ਮੈਂ ਇਹਨਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾਗਾ। ਚਲੋ, ਜੇ ਉਹਨਾਂ ਦੀ ਇਹ ਸੋਚ ਹੈ ਕਿ ਮੈਂ ਛੱਡ ਕੇ ਚਲਾ ਗਿਆ ਵੀ ਮੇਰੀ ਇਹ ਟਿਕਟ ਕੱਟਣ ਲੱਗੇ ਸੀਗੇ, ਫਿਰ ਜਿਹੜੇ ਬਾਕੀ ਦੇ ਕੱਟੇ ਜਾਣਗੇ ਤਾਂ ਆਟੋਮੈਟਿਕਲੀ ਗੱਲ ਹੋਗੀ ਵੀ ਉਹਨਾਂ ਦੇ ਕੁਝ ਲੋਕ ਐਸੇ ਨੇ ਜਿਨ੍ਹਾਂ ਨੇ ਟਿਕਟਾਂ ਕੱਟਣੀਆਂ ਨੇ ਔਰ ਵਿਨੇਬਿਲਿਟੀ ਹੈ, ਉਹ ਅੱਜ ਇਹ ਮਹਿਸੂਸ ਕਰ ਰਹੇ ਨੇ ਕਿ ਜਿਹੜੇ 80 ਮੈਂਬਰ ਅਸੀਂ ਹਾਂ, ਇਹ ਵਿਨੇਬਲ ਨਹੀਂ ਹੈਗੇ। ਇਹ ਤਾਂ ਉਹਨਾਂ ਦੀ ਗੱਲ ਤੋਂ ਪਤਾ ਚੱਲ ਗਿਆ, ਪ੍ਰਧਾਨ ਜੀ ਦੀ ਗੱਲ ਤੋਂ। ਜੇ ਉਹ ਵਿਨੇਬਲ ਨਹੀਂ ਹੈ, ਉਹਦੇ ਚੋਂ 15 ਕੱਟਣ, 20 ਕੱਟਣ, 25 ਕੱਟਣ, ਉਹ ਬੰਦੇ ਤਾਂ ਕੱਟੇ ਜਾਣਗੇ। ਉਹਨਾਂ ਨੇ ਵੀ ਤਾਂ ਕਿਤੇ ਜਾ ਕੇ ਆਪਣਾ ਜਿਹੜਾ ਸ਼ੌਕ ਹੈ ਪੂਰਾ ਕਰਨਾ ਹੈ ਨਾ ਇਲੈਕਸ਼ਨ ਲੜਨ ਦਾ। ਤੋ ਵੀ ਵਿਲ ਸੀ ਕਿ ਕਿੰਨੇ ਬੰਦਿਆਂ ਨੂੰ ਇਹ ਰਿਟੇਨ ਕਰਦੇ ਨੇ, ਕਿੰਨੇ ਬੰਦਿਆਂ ਦੀਆਂ ਟਿਕਟਾਂ ਕੱਟਦੇ ਨੇ। ਸੋ ਲੈਟਸ ਸੀ, ਤੁਹਾਡੇ ਸਾਹਮਣੇ ਆ ਜਾਣੀ ਪਿਕਚਰ। ਇਸ ਲਈ ਕਿਹਾ ਰਾਜਨੀਤੀ ਬੜੀ ਕੈਲਕੂਲੇਟਿਵ ਹੁੰਦੀ ਹੈ। ਰਾਣਾ ਗੁਰਮੀਤ ਸੋਢੀ ਨੂੰ ਜਾਣਕਾਰੀ ਕੀ ਹੈ, ਕਿੰਨੀਆਂ ਕਦੀ ਕੱਟੀਆਂ ਜਾਣ ਵਾਲੀਆਂ ਜਾਂ ਕਿੰਨੇ ਕਦੀ ਤੁਹਾਨੂੰ ਲੱਗਦਾ ਕਿ ਤੁਹਾਡੇ ਬਗਲ 'ਚ ਬੈਠ ਜਾਣਗੇ ਉਤਰਾ ਕੇ? ਚਰਚਾ ਤੇ 30 ਲੀਡਰਾਂ ਦੀ ਚੱਲਦੀ ਹੈ, ਜਿਸ ਦੇ ਵਿੱਚ ਚਰਚਾ ਇਹ ਵੀ ਚੱਲਦੀ ਹੈ ਕਿ 6-7 ਤੇ ਸਿਟਿੰਗ ਮਿਨਿਸਟਰ ਨੇ। ਮੈਂ ਤਾਂ ਇਹ ਕਹਿ ਰਿਹਾ ਕਿ ਉਹ ਸਿਟਿੰਗ ਮਿਨਿਸਟਰਸ ਨੂੰ ਹੁਣੇ ਹੀ ਆਪਣਾ ਸੋਚਣਾ ਪਏਗਾ ਵੀ ਕਿਹੜੇ ਪਾਸੇ ਜਾਣਾ ਹੈ। ਜੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਨੇ, ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਇਹ ਜ਼ਰੂਰ ਕੱਟਣਗੇ, ਕਿਉਂਕਿ ਇਸ ਵੇਲੇ ਗੇਮ ਜਿਹੜੀ ਹੈ ਉਹ ਹੈਗੀ ਹੈ ਵੀ ਕਿਹਦਾ ਗਰੁੱਪ ਕਿੰਨਾ ਕੁ ਭਾਰੀ ਹੈ, ਕਿਹੜੇ ਗਰੁੱਪ ਨੂੰ ਕਿੰਨੀਆਂ ਟਿਕਟਾਂ ਮਿਲਦੀਆਂ ਨੇ। ਜਿੱਤ ਹਾਰ ਦਾ ਬਾਅਦ ਦੀ ਗੱਲ ਹੈ। ਅਸੀਂ ਜਿੱਤਦੇ ਹਾਰਦੇ ਵੇਖੇ ਤੇ ਹਾਰਦੇ ਜਿੱਤਦੇ ਵੇਖੇ, ਸਾਡਾ ਵੀ ਤਜਰਬਾ ਹੈ। ਸੋ ਲੈਟ ਅਸ ਸੀ ਵਿਚ ਸਾਈਡ ਦੀ ਵਿੰਡ ਬਲੋਜ਼। ਕਿਹੜੇ ਇਸ ਰੱਸਾਕਸ਼ੀ 'ਚ ਕਿਹੜੇ ਗਰੁੱਪ ਹੈਗੇ ਨੇ? ਨਹੀਂ ਦੇਖੋ, ਮੈਂ ਇਸ ਵੇਲੇ ਇਹਦੇ ਤੇ ਨਹੀਂ ਜ਼ਿਕਰ ਕਰਾਂਗਾ। ਇਹ ਤਾਂ ਜਦੋਂ ਇਹ ਟਿਕਟਾਂ ਵੰਡਣਗੇ ਇਹ ਗਰੁੱਪ ਸਾਹਮਣੇ ਆ ਜਾਣਗੇ। ਉਹ ਜਿਹੜੇ ਟਿਕਟਾਂ ਦਰਸਾਉਣਗੀਆਂ ਵੀ ਕਿਹੜਾ ਗਰੁੱਪ ਕਿੰਨੀਆਂ ਟਿਕਟਾਂ ਲੈ ਗਿਆ, ਉਸੇ ਤੇ ਹੀ ਸਾਰਾ ਮਸਲਾ ਹੱਲ ਹੋ ਜਾਣਾ ਹੈ। ਇਹ ਤਾਂ ਵਕਤ ਜ਼ਿਆਦਾ ਦੂਰ ਨਹੀਂ, ਵਿਦਨ ਕਮਿੰਗ 10 ਡੇਜ਼ ਸਾਰਾ ਕੰਮ ਹੀ ਕਲੀਅਰ ਹੋ ਜਾਏਗਾ। ਜਦੋਂ ਤੁਹਾਡੇ ਵਰਗੇ ਵੱਡੇ ਲੀਡਰ ਇੱਕ ਤੋਂ ਦੂਸਰੀ ਜਗ੍ਹਾ ਤੇ ਜਾਂਦੇ ਨੇ ਤੇ तमाम ਕਿਸਮ ਦੀਆਂ ਚਰਚਾਵਾਂ ਸ਼ੁਰੂ ਹੁੰਦੀਆਂ ਨੇ। ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਰਾਣਾ ਗੁਰਮੀਤ ਸੋਢੀ ਹੁਣਾਂ ਦਾ ਜਿਹੜਾ ਮੁਆਵਜ਼ੇ ਦਾ ਕੇਸ ਚੱਲਦਾ ਸੀਗਾ ਕਿ 52 ਸਾਲ ਪਹਿਲੇ ਇੱਕ ਆਪਣੀ ਜ਼ਮੀਨ ਦਾ ਮੁਆਵਜ਼ਾ ਲਿਆ ਤੇ 52 ਸਾਲ ਬਾਅਦ ਦੁਬਾਰਾ ਲੈ ਲਿਆ 1.5 ਕਰੋੜ ਰੁਪਏ ਦਾ, ਕਹਿੰਦੇ ਕਿ ਉਹਦਾ ਵੀ ਇੱਕ ਮਸਲਾ ਚੱਲਦਾ ਸੀ, ਸੁਪਰੀਮ ਕੋਰਟ 'ਚ ਕੇਸ ਹੈ, ਸ਼ਾਇਦ ਉਹ ਵੀ ਕਿਤੇ ਕਮਜ਼ੋਰੀ ਰਾਣਾ ਸੋਢੀ ਦੀ ਹੱਥ ਦੇ ਵਿੱਚ ਹੈਗੀ ਹੈ, ਉਹ ਵੀ ਇੱਕ ਬਾਹ ਮਰੋੜ ਦਾ ਕਾਰਨ ਹੋ ਸਕਦਾ ਕਿ ਤੁਸੀਂ ਮੈਂ ਪਹਿਲਾਂ ਕਿਹਾ ਵੀ ਰਾਣਾ ਸੋਢੀ ਦੀ ਬਾਹ ਏਡੀ ਕਮਜ਼ੋਰ ਨਹੀਂ ਜਿਹੜੀ ਹਰ ਬੰਦਾ ਕੋਈ ਮਰੋੜ ਦੇਗਾ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿਹੜਾ ਮੇਰਾ ਜ਼ਮੀਨ ਦਾ ਮਸਲਾ ਹੈ ਉਹ ਮੈਂ ਤਾਂ ਲੋਅਰ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿੱਤਿਆ। ਕਰੈਕਟ? ਸੋ ਦੈਟ ਇਜ਼ ਮੇਰੀ ਐਂਸੈਸਟਰਲ ਪ੍ਰਾਪਰਟੀ ਹੈ, ਉਹ ਕੋਈ ਪ੍ਰਾਪਰਟੀ ਲੁੱਟ ਖੋਹ ਦੀ ਨਹੀਂ ਹੈਗੀ। ਸੋ ਦੈਟ ਇਜ਼ ਮਾਈ ਐਂਸੈਸਟਰਲ ਪ੍ਰਾਪਰਟੀ। ਉਹਦਾ ਫੈਸਲਾ ਜੋ ਸੁਪਰੀਮ ਕੋਰਟ ਕਰੇਗਾ ਠੀਕ ਹੈ, ਮੇਰੇ ਉਹਦੇ ਚ ਦੇਰ ਇਜ਼ ਨਥਿੰਗ ਟੂ ਬਾਹ ਮਰੋੜਨੀ ਤੇ ਬਾਹ ਫੜਨੀ, ਕੋਈ ਇਹਦਾ ਚੱਕਰ ਹੀ ਨਹੀਂ ਹੈ। ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਇੰਨੇ ਨਜ਼ਦੀਕ ਰਹੇ ਹੋ,
ਇਹ ਗੱਲ 'ਚ ਕਿੰਨੀ ਕੁ ਸੱਚਾਈ ਹੈ, ਜਾਂ ਤੁਹਾਨੂੰ ਲੱਗਦਾ ਕਿ ਕਿੰਨੇ ਕੁ ਲੀਡਰ ਉਹ ਨੇ ਜਿਨ੍ਹਾਂ ਦੀ ਸੂਚੀ ਦਿੱਤੀ ਗਈ ਹੈ ਕਿ ਜਿਹੜੇ ਕੋਈ ਕਹਿੰਦੇ ਕਿ ਰੇਤ ਮਾਫੀਆ ਦੇ ਵਿੱਚ ਸ਼ਾਮਲ ਸੀਗੇ, ਕੋਈ ਇਧਰੋਂ ਮਹੀਨਾ ਆ ਰਿਹਾ, ਕਿਸੇ ਨੂੰ ਉਧਰੋਂ ਆ ਰਿਹਾ, ਉਹਨਾਂ ਲੋਕਾਂ ਦੀ ਸੂਚੀ ਦਿੱਤੀ ਗਈ ਹੈ? ਥੋੜਾ ਜਿਹਾ ਤੇ ਦੱਸੋ ਕਿੰਨੇ ਕੁ ਲੀਡਰਾਂ ਦਾ ਨਾਮ ਹੈ ਉਹਦੇ 'ਚ? ਦੇਖੋ ਇਹ ਲੈਵਲ ਜੇ ਸਾਡੇ ਫਾਰਮਰ ਚੀਫ ਮਿਨਿਸਟਰ ਸਾਹਿਬ ਦੇ ਕੋਲ ਲਿਸਟ ਹੈ, ਮੇਰੇ ਨਾਲ ਉਹਨਾਂ ਨੇ ਕਦੀ ਡਿਸਕਸ ਕੀਤਾ। ਜੇ ਉਹਨਾਂ ਦੇ ਕੋਲ ਲਿਸਟ ਹੈ ਉਹ ਫਾਸ਼ ਕਰਨਗੇ, ਹੋ ਸਕਦਾ ਅੱਜ ਨਹੀਂ ਫਾਸ਼ ਕਰਨਗੇ। ਤੁਹਾਡੇ ਤੋਂ ਕਰੀਬ ਤੇ ਕੋਈ ਹੈ ਨਹੀਂ ਸੀ ਕੈਪਟਨ ਅਮਰਿੰਦਰ ਸਿੰਘ ਦੇ, ਕਹਿੰਦੇ ਵੀ ਜਿਹੜੇ ਕੁਝ ਕੈਪਟਨ ਦੇ ਕਿਚਨ ਕੈਬਨਿਟ ਦੇ ਬੰਦੇ ਸੀਗੇ ਉਹਨਾਂ ਦੇ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ। ਕਰੀਬ ਹੋਣਾ ਇੱਕ ਗੱਲ ਹੋ ਰਹੀ, ਦਿਲ ਦੀ ਗੱਲ ਕਰਨਾ ਹੋ ਰਹੀ। ਜ਼ਰੂਰੀ ਨਹੀਂ ਕਿ ਜਿਹੜਾ ਤੁਹਾਡਾ ਕੋਈ ਦੋਸਤ ਕਰੀਬੀ ਹੈ ਉਹ ਤੁਹਾਡੇ ਨਾਲ ਹਰ ਦਿਲ ਦੀ ਗੱਲ ਕਰੇਗਾ ਜਾਂ ਹਰ ਪੋਲੀਟੀਕਲ ਗੱਲ ਕਰੇਗਾ। ਉਹ ਦਿਲ ਦੀ ਗੱਲ ਕਰ ਸਕਦਾ ਹੈ, ਪਰ ਇਹ ਪੋਲੀਟੀਕਲ ਗੱਲਾਂ ਨੇ। ਸੋ ਮੇਰੇ ਨਾਲ ਇਹਦੇ ਬਾਰੇ ਕੋਈ ਚਰਚਾ ਨਹੀਂ ਹੋਈ। ਸੋਢੀ ਸਾਹਿਬ, ਇਹ ਵੀ ਤੇ ਹੈ ਕਿ ਰਾਜਨੀਤੀ ਦੇ ਵਿੱਚ ਮੁੱਦੇ ਕਦੇ ਖਤਮ ਨਹੀਂ ਕੀਤੇ ਜਾਂਦੇ, ਉਹ ਸੰਭਾਲ ਕੇ ਰੱਖ ਲਏ ਜਾਂਦੇ ਮੌਕੇ ਤੇ ਵਰਤਣ ਲਈ। ਮੈਂ ਇਹ ਦੱਸ ਰਿਹਾ ਕਿ ਮੇਰੇ ਨਾਲ ਕਦੀ ਇਸ ਤਰ੍ਹਾਂ ਦੀ ਚਰਚਾ ਫਾਰਮਰ ਚੀਫ ਮਿਨਿਸਟਰ ਨਾਲ ਨਹੀਂ ਹੋਏਗੀ। ਪੰਜਾਬ ਦੇ ਵਿੱਚ ਹੁਣ ਸਥਿਤੀ ਜਿਹੜੀ ਹੈਗੀ ਹੈ, ਬੰਬ ਬਲਾਸਟ ਹੋ ਗਿਆ। ਪਹਿਲੇ ਇਹ ਗੱਲ ਕਹੀ ਜਾਂਦੀ ਸੀਗੀ ਕਿ ਮਾਫੀਆ ਚੱਲਦਾ, ਫਿਰ ਗੈਂਗਸਟਰ ਵੀ ਚੱਲਦੇ ਵੱਖਰੇ ਤੌਰ ਤੇ। ਹੁਣ ਅੱਤਵਾਦੀ ਹਮਲਾ, ਜਿਹਨੂੰ ਕਿਹਾ ਜਾ ਰਿਹਾ ਕਿ ਪਾਕਿਸਤਾਨ ਤੋਂ ਇੱਕ ਰਿੰਦਾ ਨਾਮ ਦੇ ਬੱਬਰ ਖਾਲਸਾ ਦੇ ਅੱਤਵਾਦੀ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਇੱਥੇ ਪੰਜਾਬ ਦੇ ਵਿੱਚ ਬੈਠੇ ਇੱਕ ਬੰਦੇ ਨੇ ਬੰਬ ਬਲਾਸਟ ਕਰ ਦਿੱਤਾ ਕੋਰਟ ਦੇ ਵਿੱਚ। ਹੁਣ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਇਹ ਇਲੈਕਸ਼ਨਸ ਦੇ ਕਰਕੇ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਨਵਜੋਤ ਸਿੱਧੂ ਕਹਿੰਦੇ ਇਹਦੇ ਪਿੱਛੇ ਏਜੰਸੀਆਂ ਦਾ ਹੱਥ ਹੋ ਸਕਦਾ। ਦੇਖੋ, ਔਰ ਇਨਡਾਇਰੈਕਟਲੀ ਉਹ ਗੱਲ ਕਰ ਰਹੇ ਨੇ ਕਿ ਇਹ ਇੱਕ ਖਾਸ ਫਿਰਕੇ ਨੂੰ ਡਰਾ ਕੇ ਵੋਟਾਂ ਲੈਣ ਦੀ ਗੱਲ। ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਪੰਜਾਬ ਦੀ ਅਮਨ ਚੈਨ, ਕਮਿਊਨਲ ਹਾਰਮਨੀ ਜਿਹੜੀ ਹੈ ਉਹ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਭੰਗ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਜਿਹੜੀਆਂ ਤਾਕਤਾਂ ਹੈ ਨੇ, ਇਹਦੇ 'ਚ ਕਈ ਚੀਜ਼ਾਂ ਹੋ ਸਕਦੀਆਂ ਨੇ। ਇਹਦੇ 'ਚ ਪਹਿਲੀ ਗੱਲ ਤਾਂ ਹੈਗੀ ਹੈ ਕਿ ਟੋਟਲ ਬ੍ਰੇਕਡਾਊਨ ਆਫ ਲਾ ਐਂਡ ਆਰਡਰ। ਜਦ ਤੁਸੀਂ ਇਹ ਮਹਿਸੂਸ ਕਰ ਰਹੀ ਹੈ ਮੌਜੂਦਾ ਸਰਕਾਰ ਕਿ ਇਸ ਤਰ੍ਹਾਂ ਦੇ ਕੁਝ ਨਕਸ਼ੇ ਪੈਦਾ ਹੋ ਰਹੇ ਨੇ ਜਾਂ ਇਸ ਤਰ੍ਹਾਂ ਦੇ ਕੁਝ ਲੋਕ ਨੇ ਜਿਹੜੇ ਸਾਨੂੰ ਡਿਸਟਰਬ ਕਰਨਾ ਚਾਹੁੰਦੇ ਨੇ, ਤਾਂ ਇਹਨਾਂ ਦੀ ਇੰਟੈਲੀਜੈਂਸ ਦਾ ਫੇਲਿਅਰ ਹੋਏ। ਇਹਨਾਂ ਨੂੰ ਆਪਣੀ ਇੰਟੈਲੀਜੈਂਸ ਨੂੰ ਟੌਪ ਅਪ ਕਰਨਾ ਚਾਹੀਦਾ ਹੈ। ਇਹਨਾਂ ਨੂੰ ਇਹ ਸੋਚਣਾ ਪਏਗਾ, ਕੱਲ ਨੂੰ ਕੋਈ ਹੋਰ ਵਾਕਿਆ ਹੋ ਜਾਂਦਾ ਹੈ, ਇਹ ਕਹਿਣ ਜੀ ਇਹ ਤਾਂ ਜਿਹੜਾ ਹੈਗਾ ਇਹ ਕਿਸੇ ਦਾ ਪਲਾਨ ਸੀਗਾ ਜਾਂ ਇਹ ਤਾਂ ਪਾਕਿਸਤਾਨ ਤੋਂ ਹੋ ਗਿਆ। ਜੇ ਪਾਕਿਸਤਾਨ ਤੋਂ ਵੀ ਹੋ ਗਿਆ ਤੇ ਉਹਦਾ ਧਿਆਨ ਤਾਂ ਸਾਡੀ ਸਰਕਾਰ ਨੇ ਰੱਖਣਾ ਹੈ, ਸਟੇਟ ਦੀ ਸਰਕਾਰ ਨੇ ਰੱਖਣਾ ਹੈ। ਉਹ ਇਹ ਕਿਉਂ ਨਹੀਂ ਰੱਖ ਰਹੇ ਗਏ? ਮੈਂ ਪਹਿਲਾਂ ਹੀ ਕਹਿ ਰਿਹਾ ਕਿ ਇਹ ਸਰਕਾਰ ਦਾ ਫੋਕਸ ਨਹੀਂ ਹੈ ਕਿ ਅਮਨ ਚੈਨ ਨੂੰ ਕਾਇਮ ਰੱਖਿਆ ਜਾਏ। ਇਹਨਾਂ ਦੇ ਕੋਲ ਹੋਰ ਬੜੇ ਮੁੱਦੇ ਨੇ, ਆਪਸੀ ਇਨ ਫਾਈਟਿੰਗ ਦੇ ਇੰਨੇ ਮੁੱਦੇ ਨੇ ਕਿ ਇਧਰ ਧਿਆਨ ਹੀ ਨਹੀਂ ਜਾਂਦਾਗਾ। ਪਰ ਤੁਹਾਨੂੰ ਲੱਗਦਾ ਕਿ ਲਾਅ ਐਂਡ ਆਰਡਰ ਮੇਨਟੇਨ ਨਹੀਂ ਕਰ ਸਕਦੀ ਚੰਨੀ ਸਰਕਾਰ? ਮੈਂ ਕਹਿ ਰਿਹਾ ਮੈਂ ਨਹੀਂ ਕਹਿ ਰਿਹਾਗਾ, ਤੁਸੀਂ ਆਪ ਦੱਸੋ ਕਿ ਪਿਛਲੇ 10 ਦਿਨਾਂ 'ਚ 2 ਲਿੰਚਿੰਗ ਹੋਈਆਂ ਔਰ ਬੇਅਦਬੀ ਦੇ ਕੇਸ ਹੋਏ। ਅੱਜ ਉਹਨਾਂ ਨੇ ਕਹਿਤਾ ਜੀ ਬੇਅਦਬੀ ਦਾ ਕੇਸ ਨਹੀਂ, ਤਾਂ ਮਰਡਰ ਕੇਸ। ਫਿਰ ਇੱਕ ਬੰਬ ਬਲਾਸਟ ਹੋ ਗਿਆ। ਇਹ 10 ਦਿਨਾਂ ਦੀ ਕਾਰਵਾਈ ਦੇ ਵਿੱਚ ਇਹਦੇ ਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ ਮੈਨੂੰ ਦੱਸੋ। ਪਰ ਇਦਾਂ ਹੂ ਇਜ਼ ਰਿਸਪੌਂਸਿਬਲ? ਪਰ ਇਸ ਤਰ੍ਹਾਂ ਕਿਉਂ ਆ ਸੋਢੀ ਸਾਹਿਬ? ਇਸ ਤਰ੍ਹਾਂ ਕਿਉਂ ਆ ਕਿ ਜਦੋਂ ਇਲੈਕਸ਼ਨਸ ਨੇੜੇ ਆ ਜਾਂਦੀ ਹੈ, ਬੇਅਦਬੀ ਦੀਆਂ ਘਟਨਾਵਾਂ ਤੇਜ਼ ਹੋ ਜਾਂਦੀਆਂ ਤੇ ਬੰਬ ਬਲਾਸਟ ਵੀ ਹੋ ਗਿਆ। 2017 ਇਲੈਕਸ਼ਨਸ ਤੋਂ ਪਹਿਲੇ ਮੌੜ ਦੇ ਵਿੱਚ ਬਲਾਸਟ ਹੋਇਆ ਸੀਗਾ, 22 ਦੇ ਵਿੱਚ ਹੁਣ ਲੁਧਿਆਣੇ ਦੇ ਵਿੱਚ ਬਲਾਸਟ ਹੋ ਗਿਆ। ਹਾਂਜੀ ਸਰ, ਮੈਂ ਤੁਹਾਨੂੰ ਦੱਸੀ ਜਾ ਰਿਹਾ ਕਿ ਇਹ ਲੋਕ ਉਦੋਂ ਪਤਾ ਲੱਗਦਾ ਹੈ ਕਿ ਜਦੋਂ ਲੋਕ ਇਹ ਦੇਖ ਲੈਣ, ਜਿਹੜੇ ਸ਼ਰਾਰਤੀ ਅੰਸ਼ ਨੇ ਉਹ ਚੈੱਕ ਕਰ ਲੈਂਦੇ ਨੇ ਵੀ ਮੌਜੂਦਾ ਸਰਕਾਰ ਦੇ ਵਿੱਚ ਕੋਈ ਐਸਾ ਚੀਜ਼ ਨਹੀਂ ਹੈ ਕਿ ਜਿਹੜੀ ਉਹਨਾਂ ਨੂੰ ਪਕੜ ਲਏ ਜਾਂ ਜਿਹੜੀ ਉਹਨਾਂ ਨੂੰ ਰੋਕ ਲਏ। ਉਹ ਜਦੋਂ ਸਰਕਾਰ ਦੀ ਵੀਕਨੈਸਸ ਦੇਖਦੇ ਨੇ, ਫਿਰ ਇਸ ਤਰ੍ਹਾਂ ਦੇ ਜਿਹੜੇ ਬੈਡ ਐਲੀਮੈਂਟਸ ਨੇ ਉਹ ਪੈਦਾ ਹੋ ਕੇ ਇਸ ਤਰ੍ਹਾਂ ਦੇ ਇਨਸੀਡੈਂਟ ਕਰਦੇ ਨੇ, ਉਹ ਕਨਫਿਊਜ਼ਨ ਕ੍ਰੀਏਟ ਕਰਦੇ ਨੇ। ਲੇਕਿਨ ਉਹਦਾ ਰੋਕਣਾ ਜਾਂ ਉਹਦੀ ਰੋਕਥਾਮ ਕਰਨਾ ਜਾਂ ਉਹਦਾ ਨੋਟਿਸ ਲੈਣਾ, ਇਟ ਇਜ਼ ਜੌਬ ਆਫ ਦੀ ਕਾਂਗਰਸ। ਕਿਉਂਕਿ ਜਦੋਂ ਪਹਿਲੇ ਬੇਅਦਬੀ ਦੀਆਂ ਘਟਨਾਵਾਂ ਹੋਈਆਂ 2017 ਤੋਂ ਪਹਿਲੇ, ਜਦੋਂ ਹੋਈਆਂ 15 ਤੋਂ ਸ਼ੁਰੂ ਹੁੰਦੀਆਂ ਨੇ, ਜਦੋਂ ਉਦੋਂ ਕਿਹਾ ਜਾਂਦਾ ਕਿ ਇਹ ਚੋਣਾਂ ਤੇ ਅਸਰ ਪਾਉਣ ਦੇ ਲਈ ਕਿਸੇ ਇੱਕ ਖਾਸ ਪੋਲੀਟੀਕਲ ਪਾਰਟੀ ਨੂੰ ਫਾਇਦਾ ਦੇਣ ਦੇ ਲਈ ਕੀਤੀਆਂ ਗਈਆਂ। ਤੁਸੀਂ ਕਾਂਗਰਸ 'ਚ ਰਹਿ ਕੇ ਉਦੋਂ ਕਹਿੰਦੇ ਰਹੇ ਵੀ ਅਕਾਲੀ ਦਲ ਨੇ ਕਰਵਾਈਆਂ, ਫਿਰ ਹੁਣ ਕਿੰਨੇ ਕਰਵਾਈਆਂ ਹੋ ਸਕਦੀਆਂ? ਅਸੀਂ ਇਹ ਗੱਲ ਕਹੀ ਸੀ, ਮੈਂ ਇਹ ਗੱਲ ਕਹਿੰਦਾ ਸੀਗਾ ਕਿ ਅਕਾਲੀ ਦਲ ਇਜ਼ ਰਿਸਪੌਂਸਿਬਲ, ਕਿਉਂਕਿ ਉਹਨਾਂ ਦੇ ਰਾਜਕਾਲ ਦੇ ਵਿੱਚ ਇਹ ਦੁਰਘਟਨਾ ਹੋਈ। ਜੇ ਅਸੀਂ ਉਦੋਂ ਉਹਨਾਂ ਨੂੰ ਬਲੇਮ ਕਰ ਰਹੇ ਸੀਗੇ, ਅੱਜ ਜੋ ਵੀ ਕੁਝ ਹੋਏਗਾ ਜਾਂ ਜਿਹਦੀ ਵੀ ਸਰਕਾਰ ਹੋਏਗੀ, ਕੱਲ ਨੂੰ ABCD ਕੋਈ ਸਰਕਾਰ ਬਣਦੀ ਹੈ, ਜਦੋਂ ਉਸ ਸਰਕਾਰ ਦੇ ਥੱਲੇ ਕੋਈ ਜਾਤ ਪਾਤ ਦੇ ਰੂਪ ਦੇ ਵਿੱਚ ਜਾਂ ਕੋਈ ਕਮਿਊਨਲ
ਹਾਰਮਨੀ ਨੂੰ ਡਿਸਟਰਪਟ ਕੀਤਾ ਜਾਏਗਾ ਜਾਂ ਕੋਈ ਐਸੇ ਹਾਦਸੇ ਹੋਣਗੇ, ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ। So I feel that they should take up the responsibility, own up the responsibility, and see ਇਹਦੀ ਤਹਿ ਤੱਕ ਜਾਣ ਵੀ ਇਹ ਸ਼ਰਾਰਤੀ ਐਲੀਮੈਂਟਸ ਕੌਣ ਨੇ, ਕਿੱਥੋਂ ਆਏ ਨੇ, ਉਹਨਾਂ ਦੀ ਬੈਕਗ੍ਰਾਉਂਡ ਕੀ ਹੈ, ਉਹਨਾਂ ਦਾ ਪਿੱਛੇ ਕੀ ਕਨੈਕਸ਼ਨ ਹੈ, ਰੂਟ ਕਾਜ਼ ਕੀ ਹੈ, ਇਹ ਫਾਈਂਡ ਆਊਟ ਕਰਨਾ ਸਟੇਟ ਗਵਰਨਮੈਂਟ ਦਾ ਫਰਜ਼ ਹੈ। ਜੇ ਨਹੀਂ ਇਹਨਾਂ ਦੇ ਕੋਲ ਹੈ, ਦੇ ਸ਼ੁੱਡ ਟੇਕ ਦੀ ਹੈਲਪ ਫਰੋਮ ਦੀ ਸੈਂਟਰਲ ਗਵਰਨਮੈਂਟ। ਸੈਂਟਰਲ ਗਵਰਨਮੈਂਟ ਇਹਨਾਂ ਨੂੰ ਟਾਈਮ ਟੂ ਟਾਈਮ ਇਹਨਾਂ ਨੂੰ ਵਾਰਨ ਕਰਦੀ ਰਹੀ ਵੀ ਤੁਸੀਂ ਪਾਕਿਸਤਾਨ ਦਾ ਧਿਆਨ ਰੱਖੋ, ਪਾਕਿਸਤਾਨ ਦੇ ਬਾਰਡਰ ਨੂੰ ਤੁਸੀਂ ਸਟਰੋਂਗ ਕਰੋ, ਤੁਸੀਂ ਉੱਥੇ ਦੇਖੋ ਕੀ ਹੋ ਰਿਹਾ ਹੈ। ਸਾਡੇ ਲੋਕ ਕਹਿੰਦੇ ਨਹੀਂ ਜੀ, ਨਹੀਂ ਪਾਕਿਸਤਾਨ ਦਾ ਤਾਂ ਸਾਡਾ ਭਾਈਚਾਰਾ ਹੀ ਬਹੁਤ ਹੈ, ਪਾਕਿਸਤਾਨ 'ਚ ਨਹੀਂ ਹੋ ਸਕਦੇ। ਫਿਰ ਆਪਾਂ ਕਹਿ ਦਿੰਦੇ ਆ ਜੀ ਇਹ ਪਾਕਿਸਤਾਨ ਤੋਂ ਚੀਜ਼ਾਂ ਆ ਗਈਆਂ, ਡਰੱਗਸ ਪਾਕਿਸਤਾਨ ਤੋਂ ਆ ਰਹੀਆਂ ਨੇ, ਜਿਹੜੇ ਬੰਬ ਬਲਾਸਟ ਔਰ RDX ਜਿਹੜਾ ਹੈ ਉਹ ਪਾਕਿਸਤਾਨ ਤੋਂ ਆ ਰਿਹਾ। ਚਾਹੇ ਪਠਾਨਕੋਟ 'ਚੋਂ ਹਾਦਸੇ ਹੋਏ, ਚਾਹੇ ਕਿਸੇ ਹੋਰ ਥਾਂ ਤੇ ਹੋਏ, ਲੇਕਿਨ ਇਹਨਾਂ ਦੀ ਰਿਸਪੌਂਸਿਬਿਲਿਟੀ ਤਾਂ ਸਟੇਟ ਨੂੰ ਲੈਣੀ ਪਏਗੀ ਨਾ। ਅਸੀਂ ਇਹ ਕਹੀਏ ਜੀ ਵੀ ਸਾਡੀ ਤਾਂ ਜ਼ਿੰਮੇਵਾਰੀ ਨਹੀਂ ਜੀ ਇਹ, ਹਾਊ ਕੈਨ ਵੀ ਡਿਨਾਈ ਕਿ ਦਿਸ ਇਜ਼ ਨਾਟ ਆਵਰ ਰਿਸਪੌਂਸਿਬਿਲਿਟੀ। ਨਹੀਂ, ਪਰ ਡਿਨਾਈ ਨਹੀਂ ਕੀਤਾ ਕਿਸੇ ਨੇ। ਕੈਪਟਨ ਅਮਰਿੰਦਰ ਸਿੰਘ ਨੂੰ ਇਸ ਲਈ ਹਟਾਇਆ ਗਿਆ ਕਿ ਉਹਨਾਂ ਨੇ ਪਰਫਾਰਮ ਨਹੀਂ ਠੀਕ ਕੀਤਾ, ਕਹਿੰਦੇ ਬਾਦਲਾਂ ਦੇ ਨਾਲ ਬੜੇ ਸੌਫਟ ਸੀਗੇ। ਹੁਣ ਬਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਹੋ ਗਿਆ, ਹੁਣ CM ਚੰਨੀ ਦੀ ਪਰਫਾਰਮੈਂਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਚਰਨਜੀਤ ਚੰਨੀ ਹੋਣਾ ਨੇ ਔਨ ਰਿਕਾਰਡ ਇਹ ਗੱਲ ਕਹੀ, ਕਹਿੰਦੇ ਪਹਿਲੇ ਮੈਨੂੰ ਕਹਿੰਦੇ ਸੀਗੇ ਵੀ ਇਹ ਮੰਜੇ ਬੁਣ ਲੈਂਦਾ, ਇਹ ਗੁੱਲੀ ਡੰਡਾ ਖੇਡ ਲੈਂਦਾ, ਇਹ ਤਾਰਾਂ ਲਾ ਦਿੰਦਾ, ਹੁਣ ਮੈਂ ਦੱਸ ਦਿੱਤਾ ਕਿ ਮੈਂ ਡਾਂਗ ਲੈ ਕੇ ਅੱਗੇ ਅੱਗੇ ਭਜਾ ਵੀ ਲੈਣਾ। ਚਲੋ ਇਹ ਤਾਂ ਉਹਨਾਂ ਦੀ ਸੋਚ ਹੈ। ਮੈਂ ਕਹਿ ਰਿਹਾ ਕਿ ਜੇ ਇਹ ਪਰਚਾ ਸਹੀ ਹੈ, ਵੈਰੀ ਗੁੱਡ। ਵੀ ਆਰ ਆਲ ਅਗੇਂਸਟ ਦੀ ਡਰੱਗ ਮੈਨੇਸ। ਅਸੀਂ ਤਾਂ ਕਹਿ ਰਹੇ ਹਾਂ ਕਿ ਜਿਨ੍ਹਾਂ ਦਾ ਡਰੱਗਸ ਦੇ ਨਾਲ ਕਨੈਕਸ਼ਨ ਹੈ ਉਹਨਾਂ ਦੇ ਗਲ 'ਚ ਫਾਇਆ ਪਾਉਣਾ ਚਾਹੀਦਾ ਹੈ। ਲੇਕਿਨ ਇਹ ਜਿਹੜੀ ਡਿਟੇਲਸ ਨੇ, ਕਿਉਂਕਿ ਨਾਓ ਦੀ ਮੈਟਰ ਇਜ਼ ਸਬਜੁਡਿਸ, ਕੋਰਟ 'ਚ ਹੈ, ਇਹਦਾ ਮਸਲਾ ਹੁਣ ਕੋਰਟ ਹੱਲ ਕਰੇਗੀ ਕਿ ਵੀ ਕੌਣ ਇਹਦੇ 'ਚ ਗੁਨਾਹਗਾਰ ਹੈ। ਜੇ ਇਹਦਾ ਕੀ ਮਤਲਬ ਹੈ ਕਿ ਜੇ ਇਹ ਪਰਚਾ ਸਹੀ ਹੈ? ਪਤਾ ਨਹੀਂ ਨਾ ਜੀ ਹਾਲੇ ਇਸ ਚੀਜ਼ ਦਾ ਕਿ ਜਿਹੜੀਆਂ FIRs ਹੋਈਆਂ ਨੇ, ਆਈ ਐਮ ਨਾਟ ਅ ਲੀਗਲ ਮੈਨ, ਸੋ ਇਹ ਤਾਂ ਲੀਗਲ ਜਿਹੜੀਆਂ ਪਰਸਨੈਲਿਟੀਜ਼ ਨੇ ਜਾਂ ਜਿਹੜੇ ਵਕੀਲ ਨੇ ਜਾਂ ਜਿਹੜੀਆਂ ਤੁਹਾਨੂੰ ਸ਼ੰਕਾ ਹੈ ਕਿ ਬਿਕਰਮ ਮਜੀਠੀਆ ਦੇ ਖਿਲਾਫ ਜਿਹੜੀ FIR ਦਰਜ ਕੀਤੀ ਉਹ ਠੀਕ ਵੀ ਹੋ ਸਕਦੀ ਔਰ ਗਲਤ ਵੀ ਹੋ ਸਕਦੀ? ਬਿਲਕੁਲ, ਇਹਦੇ 'ਚ ਇਹ ਦੇਖਿਆ ਜਾ ਸਕਦਾ ਕਿ ਇਸ 'ਚ ਇਕੱਲਾ ਬਿਕਰਮਜੀਤ ਸਿੰਘ ਮਜੀਠੀਆ ਹੈ ਜਾਂ ਹੋਰ ਬੰਦੇ ਵੀ ਨੇ। ਕਿਆ ਇਹ ਤਾਂ ਨਹੀਂ ਹੋ ਗਿਆ ਕਿ ਪੋਲੀਟੀਕਲੀ ਬਿਕਰਮਜੀਤ ਸਿੰਘ ਮਜੀਠੀਆ ਇਜ਼ ਅ ਨੋਨ ਫੇਸ, ਵੀ ਅਸੀਂ ਸਾਰਾ ਹੀ ਉਹਦੇ ਤੇ ਇਸ ਵੇਲੇ ਇਹ ਚੀਜ਼ ਪਾਈ ਜਾ ਰਹੀ ਹੈ। ਇਹਦੇ ਨਾਲ ਇਕੱਲਾ ਬਿਕਰਮਜੀਤ ਮਜੀਠੀਆ ਤਾਂ ਨਹੀਂ ਇਹਦੇ 'ਚ ਇਨਵੋਲਵ, ਹੋਰ ਬੰਦੇ ਵੀ ਨਹੀਂ ਇਨਵੋਲਵ, ਉਹਨਾਂ ਨੂੰ ਵੀ ਕੱਢਣ। ਜੇ ਬਿਕਰਮ ਸਿੰਘ ਮਜੀਠੀਆ ਕੈਨ ਨਾਟ ਆਪਰੇਟ ਸੱਚ ਅ ਬਿਗ ਰੈਕਟ, ਉਹਨਾਂ ਦੇ ਨਾਲ ਵੀ ਬੰਦੇ 40 ਬੰਦੇ 50 ਬੰਦੇ 100 ਬੰਦਾ ਹੋਰ ਵੀ ਹੋਏਗਾ ਨਾ ਇਸ ਰੈਕਟ 'ਚ। ਇਟ ਇਜ਼ ਨਾਟ ਵਨ ਮੈਨ ਸ਼ੋ। ਮੇਰੀ ਤਾਂ ਇਹ ਮੰਗ ਹੈ ਵੀ ਉਹਨਾਂ ਨੂੰ ਵੀ ਪਕੜੋ, ਜਿਹੜੇ ਬੰਦੇ ਇਸ ਡਰੱਗਸ ਦੇ ਵਿੱਚ, ਇਸ ਜਿਹੜਾ ਇਹ ਪੋਇਜ਼ਨਸ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਖਰਾਬ ਕੀਤੀ ਹੈ, ਉਹਨਾਂ ਬੰਦਿਆਂ ਨੂੰ ਵੀ ਨਾਲ ਅੱਗੇ ਲਿਆਂਦਾ ਜਾਵੇ। CM ਦੀ ਪਰਫਾਰਮੈਂਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਮੇਰਾ ਪਿਛਲਾ ਸਵਾਲ ਇਹ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਲਈ ਹਟਾਇਆ ਗਿਆ ਕਿ ਉਹਨਾਂ ਨੇ ਪਰਫਾਰਮ ਨਹੀਂ ਕੀਤਾ, ਚਰਨਜੀਤ ਚੰਨੀ ਨੂੰ ਥੋੜਾ ਸਮਾਂ ਮਿਲਿਆ। ਹੁਣ ਤੁਸੀਂ ਚਰਨਜੀਤ ਚੰਨੀ ਦੀ ਪਰਫਾਰਮੈਂਸ ਨੂੰ ਕਿਵੇਂ ਦੇਖ ਰਹੇ ਹੋ? ਅਨਾਉਂਸਮੈਂਟ ਤਾਂ ਉਹਨਾਂ ਨੇ ਖੈਰ ਚਲੋ ਬਹੁਤ ਸਾਰੀਆਂ ਕਰ ਦਿੱਤੀਆਂ। ਦੇਖੋ, ਅਨਾਉਂਸਮੈਂਟਸ ਹੋ ਗਈਆਂ ਨੇ, ਜਦੋਂ ਇੰਪਲੀਮੈਂਟੇਸ਼ਨ ਹੋਣਗੀਆਂ ਉਦੋਂ ਪਰਫਾਰਮੈਂਸ ਦਾ ਪਤਾ ਲੱਗਦਾ ਹੈ। ਕਹਿਣਾ ਤਾਂ ਬਹੁਤ ਈਜ਼ੀ ਹੈ, ਕੁਝ ਵੀ ਅੱਜ ਸਟੇਟਮੈਂਟ ਦੇ ਲਓ, ਵੋਟਾਂ ਦਾ ਮਾਹੌਲ ਹੈ, ਇਲੈਕਸ਼ਨ ਸਿਰ ਤੇ ਨੇ, ਤੁਸੀਂ ਕੋਈ ਵੀ ਸਟੇਟਮੈਂਟ ਦੇ ਦਿਓ, ਐਂਡ ਹੀ ਇਜ਼ ਬੀਇੰਗ ਅ ਚੀਫ ਮਿਨਿਸਟਰ, ਹੀ ਇਜ਼ ਅ ਗੁੱਡ ਮੀਨਿੰਗ ਪਰਸਨ, ਚੰਗੀ ਗੱਲ ਕਰਦੇ ਨੇ। ਲੇਕਿਨ ਮੇਰਾ ਖਿਆਲ ਹੈ ਕਿ ਜੋ ਅਨਾਉਂਸਮੈਂਟਸ ਉਹਨਾਂ ਨੇ ਕੀਤੀਆਂ ਨੇ ਉਹ ਪੂਰੀਆਂ ਵੀ ਹੋਣ, ਉਹਨਾਂ ਦਾ ਅਸਰ ਲੋਕਾਂ ਤੇ ਵੀ ਜਾਵੇ। ਹਾਲੇ ਤੱਕ ਤਾਂ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾਗਾ, ਤੇ ਜਦੋਂ ਅਸਰ ਹੋਏਗਾ ਉਦੋਂ ਤੁਸੀਂ ਆਪਣੇ ਆਪ ਅਖਬਾਰਾਂ 'ਚ ਵੀ ਲਿਖੋਗੇ ਤੇ TV ਤੇ ਵੀ ਆਏਗਾ। ਤੁਹਾਡੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਹਿ ਰਹੇ ਨਵਜੋਤ ਸਿੰਘ ਸਿੱਧੂ ਦੀ ਬਤੌਰ ਪ੍ਰਧਾਨ ਪਰਫਾਰਮੈਂਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਮੈਂ ਪਰਫਾਰਮੈਂਸ ਤਾਂ ਹੁਣ ਸਿਰਫ ਇੱਕ ਚੀਜ਼ ਦੱਸ ਸਕਦੀ ਹੈ, ਉਹ ਹੈਗੀਆਂ ਇਲੈਕਸ਼ਨਸ। ਅੱਜ ਦੀ ਪਰਫਾਰਮੈਂਸ ਜਿਹੜੀ ਹੈ ਉਹ ਕੋਈ ਮਾਇਨੇ ਨਹੀਂ ਰੱਖਦੇਗੀ। ਇਲੈਕਸ਼ਨ ਦੇ ਜਿਹੜੇ ਰਿਜ਼ਲਟਸ ਨੇ, that will show who has performed and at what stage and what percentage, ਕਿਸ ਲੈਵਲ ਤੇ ਪਰਫਾਰਮੈਂਸ ਹੋਈ ਹੈ। ਕੀ ਲੱਗਦਾ ਫਿਰ ਕਿੰਨੀਆਂ ਸੀਟਾਂ ਆਉਣਗੀਆਂ ਕਾਂਗਰਸ ਨੂੰ 2022 ਚ? ਮੈਂ ਹਾਲੇ ਇਸ ਤੇ ਕੈਲਕੂਲੇਸ਼ਨ ਨਹੀਂ ਕੀਤੀ ਗਈ। ਇਸ ਤਰ੍ਹਾਂ ਕਿੱਦਾਂ ਹੋ ਸਕਦਾ? ਤੁਸੀਂ ਇਹਦੇ ਹੰਡੇ ਹੋਏ ਪੋਲੀਟੀਸ਼ੀਅਨ ਹੋ, ਇੱਕ ਮੋਟੀ ਕੈਲਕੂਲੇਸ਼ਨ ਹੁੰਦੀ ਹੈ। ਤੁਸੀਂ ਆਪ ਹੀ ਕਹਿ ਰਹੇ ਇਹਨਾਂ ਨੇ 30 ਬੰਦੇ ਤਾਂ ਬਦਲ ਦੇਣੇ ਨੇ, ਉਹ 30 ਬੰਦੇ ਬਦਲੇ ਜਾਣਗੇ ਫੇਰ ਹੀ ਪਤਾ ਲੱਗੇਗਾ ਵੀ ਕੀ ਗਣਿਤ ਕੀ ਕਹਿੰਦਾ। ਸੋ ਪਹਿਲਾਂ ਇਹਨਾਂ ਨੂੰ ਅਨਾਉਂਸਮੈਂਟ ਕਰਨ ਦਿਓ। ਆਖਰੀ ਸਵਾਲ ਹੈਗਾ ਸੋਢੀ ਸਾਹਿਬ, ਕਿਸਾਨਾਂ ਦਾ ਜੋ ਰੋਲ ਰਿਹਾ ਇਸ ਐਜੀਟੇਸ਼ਨ ਦੇ ਵਿੱਚ, ਔਰ ਪੰਜਾਬ ਦੇ ਵਿੱਚ ਹੁਣ ਚਰਚਾ ਕਿ ਕਿਸਾਨਾਂ ਦਾ ਬੜਾ ਵੱਡਾ ਰੋਲ ਰਹੇਗਾ, ਜਿਹੜਾ ਵੀ ਵਿਅਕਤੀ ਸੱਤਾ ਦੇ ਵਿੱਚ ਆਏਗਾ
ਜੇ ਉਹਨੂੰ ਕਿਸਾਨ ਸਮਰਥਨ ਕਰਨਗੇ ਤੇ ਉਹਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਚਰਚਾਵਾਂ ਚੱਲ ਰਹੀਆਂ ਨੇ ਕਿ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਬਹੁਤ ਸਾਰੀ ਜਿਹੜੀਆਂ ਜਥੇਬੰਦੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਹੱਥ ਮਿਲਾ ਸਕਦੀਆਂ ਨੇ, ਪੂਰੀ ਸਹਿਮਤੀ ਹੋ ਚੁੱਕੀ ਹੈਗੀ ਹੈ। ਬੀਜੇਪੀ ਆਪਣਾ ਫਿਊਚਰ ਕਿੱਥੇ ਦੇਖਦੀ ਹੈ ਔਰ ਕਿਸਾਨ ਜਥੇਬੰਦੀਆਂ ਦੇ ਇਸ ਡਿਸੀਜਨ ਦਾ ਅਸਰ ਔਰ ਆਮ ਆਦਮੀ ਪਾਰਟੀ ਦੀ ਤਾਕਤ ਵਧਣ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਕਿਸਾਨ ਜਥੇਬੰਦੀਆਂ ਬਹੁਤ ਸੂਝਵਾਨ ਨੇ, ਸਮਝਦਾਰ ਨੇ, ਲੇਕਿਨ ਇੱਕ ਚੀਜ਼ ਮੈਂ ਵੀ ਇਹ ਗੱਲ ਕਹਾਂਗਾ ਕਿ ਇਹਦੇ ਤੇ ਬਿਫੋਰ ਦੇ ਟੇਕ ਐਨੀ ਸਟੈਪ ਇਹਦੇ ਤੇ ਬੜੀ ਚਰਚਾ ਕਰਨ ਦੀ ਲੋੜ ਹੈ ਕਿ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਾ, ਕਿਆ ਆਮ ਆਦਮੀ ਪਾਰਟੀ ਜੋ ਕਿਸਾਨ ਦੇ ਇਸ ਵੇਲੇ ਮੁੱਦੇ ਨੇ ਉਹਨਾਂ ਨੂੰ ਹੱਲ ਕਰ ਸਕਦਾ ਹੈ ਕਿ ਸਿਰਫ ਵਾਅਦੇ ਕਰ ਸਕਦਾ ਹੈ? ਜੇ ਤਾਂ ਇੱਕ ਇਲੈਕਸ਼ਨ ਸਟੰਟ ਹੈ ਉਹਨਾਂ ਦਾ, ਆਮ ਆਦਮੀ ਪਾਰਟੀ ਦਾ, ਤਾਂ ਫਿਰ ਸੋਚਣਾ ਪਏਗਾ ਕਿਸਾਨ ਯੂਨੀਅਨ ਭਰਾਵਾਂ, ਕਿਸਾਨਾਂ ਭਰਾਵਾਂ ਨੂੰ ਵੀ ਸੋਚਣਾ ਪਏਗਾ ਵੀ ਅਸੀਂ ਸਮਰਥਨ ਕਿਹਨੂੰ ਦੇ ਰਹੇ ਹਾਂ ਔਰ ਕਿਸ ਪੁਆਇੰਟ ਤੇ ਦੇ ਰਹੇ ਹਾਂ ਔਰ ਕਿਸ ਅਸ਼ੋਰੈਂਸ ਤੇ ਦੇ ਰਹੇ ਹਾਂ। ਜੇ ਅਸ਼ੋਰਡ ਨੇ ਉਹ ਤੇ ਉਹਨਾਂ ਦੀ ਜੋ ਜਿਹੜਾ ਫੈਸਲਾ ਹੈਗਾ ਸਹੀ ਹੈ, ਵਰਡਿਕਟ ਸਾਰੇ ਪੰਜਾਬ ਨੇ ਵਰਡਿਕਟ ਦੇਣਾ ਹੈ, ਕੋਈ ਇਕੱਲੇ ਬੰਦੇ ਨੇ ਵੋਟ ਨਹੀਂ ਪਾਉਣੀ, ਹਰ ਸ਼ਖਸ ਨੇ ਵੋਟ ਪਾਉਣੀ ਹੈ। ਪਰ ਜੇ ਤੁਸੀਂ ਬੀਜੇਪੀ ਦੇ ਵਿੱਚ ਆਏ ਹੋ, ਹੁਣ ਪੰਜਾਬ ਦੇ ਵਿੱਚ ਐਕਟਿਵ ਹੋ ਰਹੇ ਹੋ, ਚਰਚਾਵਾਂ ਨੇ ਕਿ ਬੀਜੇਪੀ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਵਾਲੀ ਆਉਣ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ, ਬੀਜੇਪੀ ਕੋ ਕੀ ਹੈਗਾ ਕਿਸਾਨਾਂ ਨੂੰ ਆਫਰ ਕਰਨ ਨੂੰ? ਦੇਖੋ, ਬੀਜੇਪੀ ਦੇ ਕੋਲ ਜੋ ਆਫਰ ਕਰਨ ਨੂੰ ਹੈ, ਸਾਡੀ ਗੱਲਬਾਤ ਚੱਲੀ ਜਾ ਰਹੀ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਹਾਈ ਕਮਾਂਡ ਨੂੰ ਦੱਸ ਰਹੇ ਹੈਗੇ ਆ ਔਰ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਬੀਜੇਪੀ ਪਾਰਟੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਈ ਐਸੀਆਂ ਚੀਜ਼ਾਂ ਜਿਹੜੀ ਕਿ ਕਿਸਾਨੀ ਹਿੱਤ 'ਚ ਹੋਣ, ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਹਿੱਤ 'ਚ ਹੋਵੇ, ਜੋ ਪੰਜਾਬ ਦੀ ਖੁਸ਼ਹਾਲੀ 'ਚ ਹੋਏ, ਉਹਨਾਂ ਚੀਜ਼ਾਂ ਤੇ ਗੌਰ ਕਰਕੇ ਕੁਛ ਨਾ ਕੁਛ ਲੋਕਾਂ ਦੇ ਸਾਹਮਣੇ ਜ਼ਰੂਰ ਆਏਗਾ। ਕਿਉਂਕਿ ਆਮ ਤੌਰ ਤੇ ਇਹ ਗੱਲ ਹੋ ਰਹੀ ਹੈ ਸੋਢੀ ਸਾਹਿਬ ਕਿ ਕਿਸਾਨਾਂ ਨੂੰ ਫਿਕਰ ਹੈਗੀ ਹੈ ਆਪਣੇ ਕਰਜ਼ੇ ਦੀ, ਕਿ ਸਾਡਾ ਕਰਜ਼ਾ ਮਾਫ ਹੋ ਜਾਏ, ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਰਨਾ ਸੀਗਾ ਪੂਰਾ ਕਰਜ਼ਾ ਮਾਫ ਨਹੀਂ ਹੋਇਆ। ਬੀਜੇਪੀ ਕਿਆ ਇਸ ਤਰ੍ਹਾਂ ਦੀ ਆਫਰ ਕਿਸਾਨਾਂ ਨੂੰ ਦੇ ਸਕਦੀ ਹੈ ਕਿ ਅਸੀਂ ਤੁਹਾਡੇ ਕਰਜ਼ੇ ਤੇ ਲੀਕ ਮਾਰ ਦਿੰਦੇ ਹਾਂ ਪੂਰੀ ਤਰ੍ਹਾਂ ਦੇ ਨਾਲ? ਦੇਖੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਲੈਵਲ ਤੇ ਬੀਜੇਪੀ, ਇੱਕ ਚੀਜ਼ ਮੈਂ ਕਹਿ ਸਕਦਾ, ਕੋਈ ਐਸਾ ਵਾਅਦਾ ਨਹੀਂ ਕਰੇਗੀ ਜਿਹੜਾ ਉਹ ਪੂਰਾ ਨਾ ਕਰਨ। ਬੀਜੇਪੀ ਹਰ ਉਹ ਗੱਲ ਸੋਚ ਸਮਝ ਕੇ ਉਹ ਵਾਅਦਾ ਪੰਜਾਬ ਦੇ ਲੋਕਾਂ ਦੇ ਨਾਲ, ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੇ ਨੌਜਵਾਨਾਂ ਨਾਲ, ਪੰਜਾਬ ਦੇ ਬਾਕੀ ਵਰਗ ਜੋ ਹੈ, ਛੋਟੇ ਸਨਅਤਕਾਰ, ਟ੍ਰੇਡਰ, ਬਿਗ ਇੰਡਸਟਰੀਲਿਸਟ, ਉਹਨਾਂ ਦੇ ਨਾਲ ਉਹ ਵਾਅਦਾ ਕਰੇਗੀ ਜਿਹਦੇ ਤੇ ਬੀਜੇਪੀ ਇੱਕਦਮ ਉਹ ਐਕਸ਼ਨ ਲੈ ਕੇ ਇੰਪਲੀਮੈਂਟ ਕਰੇਗੀ। ਬੀਜੇਪੀ ਵਿਲ ਨਾਟ ਚੀਟ ਦੀ ਪੀਪਲ ਆਫ ਪੰਜਾਬ, ਇਸ ਚੀਜ਼ ਦੀ ਮੇਰੀ ਗਾਰੰਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਥੋੜੇ ਦਿਨਾਂ ਨੂੰ ਪੰਜਾਬ ਦੇ ਵਿੱਚ ਆਉਣਾ ਹੈਗਾ, ਉਹਨਾਂ ਦੀ ਇੱਕ ਰੈਲੀ ਹੋਣ ਵਾਲੀ ਹੈ। ਤੁਹਾਨੂੰ ਲੱਗਦਾ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਵੱਡੀਆਂ ਅਨਾਉਂਸਮੈਂਟ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਤੇ ਨਾਲ ਕੁਝ ਵੱਡੀਆਂ ਜੁਆਇਨਿੰਗ ਹੋ ਸਕਦੀਆਂ ਕਾਂਗਰਸ ਤੋਂ ਜਾਂ ਹੋਰ ਪਾਰਟੀ ਤੋਂ? ਕਾਂਗਰਸ ਤੋਂ ਦੱਸ ਦਿਓ। ਹਾਲੇ ਤੱਕ ਉਹਨਾਂ ਦਾ ਕੋਈ ਪ੍ਰੋਗਰਾਮ ਫਾਈਨਲ ਨਹੀਂ ਆਇਆ ਹੈਗਾ ਮੇਰੀ ਨੌਲੇਜ, ਲੇਕਿਨ ਜੇ ਆਉਣਗੇ ਤੇ ਜੀ ਆਇਆਂ ਨੂੰ, ਔਰ ਮੈਂ ਸੋਚਦਾ ਕਿ ਫਿਰ ਕੁਝ ਵੀ ਹੋ ਸਕਦਾ ਹੈ। ਉਹ ਜੇ ਆਉਣਗੇ ਤਾਂ ਪੰਜਾਬ ਦੀ ਇੱਕ ਸੋਚ ਲੈ ਕੇ ਇੱਥੇ ਆਉਣਗੇ, ਸੋ ਪੰਜਾਬ ਦੇ ਬਾਰੇ ਸੋਚ ਕੇ ਜੇ ਉਹਨਾਂ ਦਾ ਦੌਰਾ ਇੱਥੇ ਰੱਖਿਆ ਜਾਏਗਾ ਤਾਂ ਪੰਜਾਬ ਵਾਸਤੇ ਕਰਨਗੇ, ਸਭ ਕੁਝ ਕਰਨਗੇ। ਮੋਟੇ ਤੌਰ ਤੇ ਤੁਸੀਂ ਬੀਜੇਪੀ ਜੁਆਇਨ ਕੀਤੀ ਹੋ, ਆਖਰੀ ਸਵਾਲ, ਬੀਜੇਪੀ ਤੁਸੀਂ ਜੁਆਇਨ ਕੀਤੀ ਕੀ ਸੋਚ ਕੇ ਕੀਤੀ? ਬੀਜੇਪੀ ਕੋ ਪੰਜਾਬ ਲਈ ਵਿਜ਼ਨ ਕੀ ਹੈਗਾ? ਜੇ ਵਿਜ਼ਨ ਅੱਜ ਹੈ ਤਾਂ ਮੈਂ ਸੋਚ ਰਿਹਾ, ਜੇ ਤੁਸੀਂ ਬਿਲਕੁਲ ਮੇਰੀ ਇੰਟਰਵਿਊ ਖਤਮ ਹੋਣ ਤੋਂ ਬਾਅਦ ਤੁਸੀਂ ਵੀ ਸੋਚੋਗੇ, ਬਾਕੀ ਪਾਰਟੀਆਂ ਦੇ ਨਾਲ ਇਹਨਾਂ ਨੂੰ ਕੰਪੇਅਰ ਕਰੋਗੇ ਜਾਂ ਤੁਲਨਾ ਕਰੋਗੇ, ਤੇ ਇਸ ਵੇਲੇ ਜੇ ਵਿਜ਼ਨ ਹੈ ਤੇ ਸਿਰਫ ਬੀਜੇਪੀ ਦੇ ਕੋਲ ਹੀ ਵਿਜ਼ਨ ਹੈ। ਬਾਕੀ ਸਭ ਪਾਰਟੀਆਂ ਦੇ ਆਰ ਓਨਲੀ ਕਮਿੰਗ ਅਪ ਫॉर ਦੀ ਵੋਟ ਟੂ ਮੇਕ ਦੀ ਫਾਰਮ ਦੀ ਗਵਰਨਮੈਂਟ ਬਾਈ ਹੁੱਕ ਐਂਡ ਕਰੁਕ। ਸਿਆਸਤ 'ਚ ਤੇ ਮਤਲਬ ਇਹ ਹੈ ਨਾ, ਨੈਰੇਟਿਵ ਬਣਾਉਣਾ ਪੈਂਦਾ। ਹੁਣ ਕਿਹਾ ਜਾ ਰਿਹਾ ਕਿ ਚਰਨਜੀਤ ਚੰਨੀ ਨੂੰ ਦਲਿਤ ਸੀਐਮ ਬਣਾ ਦਿੱਤਾ, ਉਹਦਾ ਤੋੜ ਨਹੀਂ ਲੱਭ ਰਿਹਾ ਪੋਲੀਟੀਕਲ ਪਾਰਟੀਆਂ ਕੋ, ਦੂਸਰੀਆਂ ਕੋ। ਆਮ ਆਦਮੀ ਪਾਰਟੀ ਜਿਹੜੀ ਹੈ, ਕੇਜਰੀਵਾਲ ਆ ਕੇ ਗਰੰਟੀਆਂ ਦੇ ਰਹੇ, ਕਹਿੰਦੇ ਉਹਨੂੰ ਵੀ ਹਜੇ ਬੀਟ ਕਰਨ ਦਾ ਦੇ ਲਈ ਉਸ ਤੋਂ ਗਾਂਹ ਥੋੜਾ ਜਿਹਾ ਵਧਣਾ ਪਏਗਾ, ਇਸ ਲਈ ਪੁੱਛਿਆ। ਦੇਖੋ, ਮੈਂ ਇਹ ਗੱਲ ਕਹਿ ਰਿਹਾ ਕਿ ਸਾਰੇ ਭਾਈਚਾਰੇ ਬੜੇ ਰਿਸਪੈਕਟਫੁਲ ਨੇ, ਸਾਰਿਆਂ ਦੀ ਮੈਂ ਕਦਰ ਕਰਦਾ। ਜਿਹੜੀ ਬੀਜੇਪੀ ਦੇ ਕੋਲ ਇਸ ਵੇਲੇ ਕੋਈ ਥਾਟ ਪ੍ਰੋਸੈਸ ਹੈ, ਉਹ ਜਦੋਂ ਵੀ ਆਏਗੀ ਪੰਜਾਬ ਦੇ ਸਾਹਮਣੇ, ਮੈਂ ਪਹਿਲਾਂ ਕਿਹਾ ਕਿ ਬੀਜੇਪੀ ਵਿਲ ਨੈਵਰ ਐਵਰ ਮੇਕ ਐਨੀ ਪ੍ਰੋਮਿਸ ਜਿਹਦੇ ਚ ਲੋਕਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਨਾਲ ਧੋਖਾ ਹੋ ਗਿਆ। ਕਾਂਗਰਸ ਕਰ ਸਕਦੀ ਹੈ, ਆਮ ਆਦਮੀ ਪਾਰਟੀ ਕਰ ਸਕਦੀ ਹੈ, ਬਾਕੀ ਦੇ ਜੋ ਪੋਲੀਟੀਕਲ ਆਊਟਫਿਟ ਨੇ ਉਹ ਕਰ ਸਕਦੇ ਨੇ, ਲੇਕਿਨ ਬੀਜੇਪੀ ਉਹ ਵਾਅਦਾ ਕਰੇਗੀ ਜੋ ਇੰਪਲੀਮੈਂਟ ਕਰੇਗੀ ਔਰ ਜੋ ਪੰਜਾਬ ਦੀ ਬੈਟਰਮੈਂਟ ਵਾਸਤੇ ਹੋਏਗਾ, ਪੰਜਾਬ ਦੀ ਖੁਸ਼ਹਾਲੀ ਵਾਸਤੇ ਹੋਏਗਾ। ਬਹੁਤ ਧੰਨਵਾਦ ਰਾਣਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਸੈਸ਼ਨ ਰਾਣਾ ਗੁਰਮੀਤ ਸਿੰਘ ਸੋਢੀ, ਵੱਡੀ ਗੱਲ ਉਹਨਾਂ ਨੇ ਕਹੀ ਹੈ ਕਿ ਪੰਜਾਬ ਕਾਂਗਰਸ ਪੰਜਾਬ ਦੇ ਵਿੱਚ ਇਸ ਸਮੇਂ ਕਮਿਊਨਲ ਪੋਲਿਟਿਕਸ ਕਰ ਰਹੀ ਹੈ। ਕਹਿੰਦੇ ਪੰਜਾਬ ਕਾਂਗਰਸ ਦੇ ਸਾਰੇ ਵੱਡੇ ਲੀਡਰ
ਆਪਣੇ ਅਹੁਦੇ ਬਚਾਉਣ ਦੇ ਲਈ ਜਾਂ ਆਪਣੇ ਪੋਲੀਟੀਕਲ ਕੈਰੀਅਰ ਨੂੰ ਸਿਕਿਉਰ ਕਰਨ ਦੇ ਲਈ ਜਾਂ ਸਿਆਸੀ ਫਾਇਦੇ ਦੇ ਲਈ ਕੰਮ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਜਾਤੀ ਆਧਾਰਿਤ ਰਾਜਨੀਤੀ ਨੂੰ ਵਧਾਵਾ ਦਿੱਤਾ ਜਾ ਰਿਹਾ। ਹਾਲਾਂਕਿ ਉਹਨਾਂ ਦੀ ਗੱਲਬਾਤ ਤੋਂ ਇਹ ਲੱਗ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਵੀ ਪੰਜਾਬੀਆਂ ਦੇ ਲਈ ਜਾਂ ਖਾਸ ਤੌਰ ਤੇ ਕਿਸਾਨਾਂ ਦੇ ਲਈ ਵੱਡੇ ਐਲਾਨ, ਵੱਡੀਆਂ ਅਨਾਉਂਸਮੈਂਟਸ ਕਰ ਸਕਦੀ ਹੈ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਦੇ ਲਈ ਬਨੇ ਰਹੋ ਦੈਨਿਕ ਸਵੇਰਾ ਦੇ ਨਾਲ। ਫਿਲਹਾਲ ਦੇ ਲਈ ਧੰਨਵਾਦ।